ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। NRI ਵਰਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਦਲਜੀਤ ਸਿੰਘ ਛਾਬੜਾ ਜੀ, ਜੋ ਕਿ ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਤੇ NRI ਮੈਟਰਸ ਦੇ ਐਕਸਪਰਟਸ ਨੇ। ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ। ਸੋ ਹਮੇਸ਼ਾ NRIs ਨੂੰ ਇਸ ਚੀਜ਼ ਦੀ ਚਿੰਤਾ ਰਹਿੰਦੀ ਹੈ ਕਿ ਪੰਜਾਬ ਤੋਂ ਜਾਂ ਭਾਰਤ ਤੋਂ ਜਿਹੜਾ ਪੈਸਾ ਲੈ ਕੇ ਜਿਸ ਮੁਲਕ ਦੇ ਵਿੱਚ ਉਹ ਵਸਦੇ ਨੇ ਉੱਥੇ ਕਿਵੇਂ ਲਿਜਾਇਆ ਜਾਏ। ਪੇਰੈਂਟਸ ਨੂੰ ਬੁਲਾਉਣਾ ਹੈ, PR ਮਿਲਦੀ ਹੈ, ਸਟੂਡੈਂਟਸ ਦਾ ਕੇਸ ਹੈ, ਇਹ ਮਨੀ ਮੈਟਰਸ, ਕਿਉਂਕਿ ਬਿਨਾਂ ਪੈਸੇ ਤੋਂ ਤਾਂ ਕੁਝ ਵੀ ਨਹੀਂ ਹੋਣਾ। ਔਰ ਯਕਦਮ ਤੁਸੀਂ ਜਦੋਂ ਵਿਦੇਸ਼ ਦੇ ਵਿੱਚ ਸੈਟਲ ਹੁੰਦੇ ਹੋ, ਜ਼ਰੂਰੀ ਨਹੀਂ ਕਿ ਉੱਥੇ ਤੁਹਾਨੂੰ ਇਨਕਮ ਸ਼ੁਰੂ ਹੋ ਜਾਵੇ, ਜ਼ਰੂਰੀ ਨਹੀਂ ਕਿ ਤੁਹਾਡੀ ਜੇਬ ਦੇ ਵਿੱਚ ਪੈਸਾ ਉੱਥੇ ਜਾ ਕੇ ਕਮਾਉਣਾ ਤੁਸੀਂ ਸ਼ੁਰੂ ਕਰ ਦਿਓ, ਤਾਂ ਫਿਰ ਭਾਰਤ ਤੋਂ ਲੈ ਕੇ ਜਾਣਾ ਪੈਂਦਾ ਹੈ। ਕਈ ਵਾਰ ਪੇਰੈਂਟਸ ਨੂੰ ਭੇਜਣਾ ਪੈਂਦਾ ਹੈ, ਉਹਨਾਂ ਨੂੰ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ। ਟੋਟਲ ਮਨੀ ਮੈਟਰਸ, ਜੋ ਇਹ ਪੈਸੇ ਦਾ ਖੇਲ ਹੈ, ਇਸ ਬਾਰੇ ਗੱਲਬਾਤ ਕਰਾਂਗੇ ਅਸੀਂ ਅੱਜ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜੋ ਵੀ ਲੀਗਲ ਮਨੀ ਅਸੀਂ ਲੈ ਕੇ ਜਾਣੀ ਹੈ, ਆਫ ਕੋਰਸ ਬੈਂਕਸ ਦੇ ਥਰੂ ਹੀ ਲੈ ਕੇ ਜਾਣੀ ਹੈ। ਤਾਂ ਬੈਂਕਸ ਦੇ ਵਿੱਚ ਵੱਖੋ ਵੱਖ ਅਕਾਊਂਟਸ ਨੇ, ਉਹਨਾਂ ਦੀ ਆਪਣੀ ਆਪਣੀ ਨੇਚਰ ਹੈ, ਜੋ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਫੈਸਿਲਿਟੀ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ ਕਿਹੜੇ ਅਕਾਊਂਟਸ ਨੇ, ਕਿਸ ਤਰ੍ਹਾਂ ਦੇ ਅਕਾਊਂਟਸ ਨੇ, ਕਿੱਦਾਂ ਫੰਕਸ਼ਨ ਕਰਦੇ ਨੇ, ਜੋ ਇਹ NRIs ਖੋਲ੍ਹ ਸਕਦੇ ਨੇ ਭਾਰਤ ਦੇ ਵਿੱਚ? ਸੰਦੀਪ ਜੀ, ਜਿੱਥੇ ਅਸੀਂ NRI ਦੀ ਗੱਲ ਕਰਦੇ ਹਾਂ, ਕਿਉਂਕਿ ਜਨਰਲੀ ਤਾਂ ਇੱਥੇ ਅਸੀਂ ਦੇਖੀਏ ਵੀ ਮੇਰਾ ਵੀ ਸੇਵਿੰਗ ਅਕਾਊਂਟ ਹੈ, ਤੁਹਾਡਾ ਵੀ ਸੇਵਿੰਗ ਅਕਾਊਂਟ ਹੈ, ਕਿਉਂਕਿ ਅਸੀਂ ਇੱਥੇ ਵਿਚਰਦੇ ਹਾਂ, ਅਸੀਂ ਇੰਡੀਅਨ ਰੈਜ਼ੀਡੈਂਟ ਹਾਂ। ਜਦੋਂ ਇੱਕ NRI ਸਟੇਟਸ ਅਖਤਿਆਰ ਕਰ ਲੈਂਦਾ ਕੋਈ ਵੀ ਵਿਅਕਤੀ, FEMA ਦੇ ਅੰਡਰ, ਫੋਰਨ ਐਕਸਚੇਂਜ ਮੈਨੇਜਮੈਂਟ ਜਿਹੜਾ ਐਕਟ ਹੈਗਾ, ਉਹਦੇ ਅੰਡਰ ਪ੍ਰਸਕ੍ਰਾਈਬ ਹੈ ਵੀ ਤੁਹਾਨੂੰ ਹੁਣ ਆਰਡੀਨਰੀ ਜਿਹੜਾ ਸੇਵਿੰਗ ਅਕਾਊਂਟ ਹੈ, ਕਿਉਂਕਿ ਦੇਖੋ ਲੋਕ ਜਾਂਦੇ ਇੱਥੋਂ ਨੇ ਜੀ, ਜਦੋਂ ਵੀ ਜਾਂਦੇ ਉਹਨਾਂ ਦੇ ਅਕਾਊਂਟ ਹੁੰਦੇ ਨੇ, ਹਰੇਕ ਨੇ ਸੇਵਿੰਗ ਅਕਾਊਂਟ ਖੋਲ੍ਹੇ ਨੇ, ਕੋਈ ਬਿਜ਼ਨਸ ਕਰ ਰਹੇ ਨੇ, ਕਰੰਟ ਅਕਾਊਂਟ ਖੋਲ੍ਹੇ ਨੇ, ਉਹ ਇਮੀਡੀਏਟਲੀ ਤਾਂ ਬੰਦ ਨਹੀਂ ਕਰਦੇ ਜੀ, ਉਹ ਕੰਟੀਨਿਊ ਰਹਿੰਦੇ ਨੇ। FEMA ਇਹ ਕਹਿੰਦਾ ਹੈ ਵੀ ਜਿਹੜੇ ਬੰਦੇ ਦਾ ਸਟੇਟਸ ਚੇਂਜ ਹੋ ਗਿਆ, ਹੀ ਹੈਜ਼ ਬਿਕਮ ਨਾਨ ਰੈਜ਼ੀਡੈਂਟ ਇੰਡੀਅਨ। ਨਾਨ ਰੈਜ਼ੀਡੈਂਟ ਇੰਡੀਅਨ ਦੀ ਜਿਹੜੀ ਅਸੀਂ ਅੱਗੇ ਵੀ ਡਿਸਕਸ ਕਰ ਚੁੱਕੇ ਆਪਣੇ ਪ੍ਰੋਗਰਾਮ ਦੇ ਵਿੱਚ, ਵੀ ਜਿਹੜਾ ਵਿਅਕਤੀ ਭਾਰਤ ਤੋਂ ਬਾਹਰ 1 ਸਾਲ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਰਹਿੰਦਾ ਜੀ, ਉਹ ਨਾਨ ਰੈਜ਼ੀਡੈਂਟ ਬਣ ਜਾਂਦਾ। ਹੁਣ ਜਿਨ੍ਹਾਂ ਨੂੰ PR ਮਿਲਦੀ ਹੈ, ਨੈਚੁਰਲ ਉਹਨਾਂ ਨੇ ਜ਼ਿਆਦਾ ਰਹਿਣਾ ਹੀ ਰਹਿਣਾ। ਜਿਹੜੇ ਸਟੂਡੈਂਟਸ ਨੇ ਟਿਲ ਕੋਰਸ ਕੰਪਲੀਸ਼ਨ ਉਹਨੇ ਉੱਥੇ ਹੀ ਰਹਿਣਾ ਹੀ ਰਹਿਣਾ। ਸ਼ੋਰ। ਅਤੇ ਉਹਦਾ ਵੀ 6 ਮਹੀਨੇ ਤੋਂ ਵੱਧ ਟੈਨਿਓਰ ਹੋ ਜਾਂਦਾ, ਅਤੇ ਉਹਨਾਂ ਜਿਹੜਾ ਡੈਜ਼ਿਗਨੇਸ਼ਨ ਹੁੰਦਾ ਨਾ, ਉਹਨੂੰ ਅਸੀਂ NRI ਕਹਿ ਦਿੰਦੇ ਹਾਂ। ਉਹ FEMA ਇਹ ਕਹਿੰਦਾ ਵੀ ਜਿਸ ਵੇਲੇ NRI ਬਣ ਜਾਵੇ ਜੀ, ਜਿਹੜਾ ਇਹਦਾ ਐਗਜ਼ਿਸਟਿੰਗ ਅਕਾਊਂਟ ਇੱਥੇ ਆਲਰੇਡੀ ਸੀਗਾ, ਉਹਨੂੰ ਬੈਂਕ ਨੂੰ ਐਪਲੀਕੇਸ਼ਨ ਦੇ ਕੇ, ਪ੍ਰੂਫ ਦੇ ਕੇ, ਜੀ ਮੈਂ ਉੱਥੇ ਰਹਿ ਰਿਹਾ, ਮੇਰਾ PR ਕਾਰਡ ਹੈ, ਅਤੇ ਤੁਸੀਂ ਉਸ ਅਕਾਊਂਟ ਨੂੰ ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਬਣਾ ਦਿਓ। ਜੀ, ਕਿਉਂਕਿ ਸੇਵਿੰਗ ਅਕਾਊਂਟ ਹੈ, ਉਹਦੇ 'ਚ ਪੈਸੇ ਕਢਾਉਣੇ ਜਮ੍ਹਾਂ ਕਰਾਉਣੇ ਸੇਮ ਹੀ ਰਹੇਗਾ। ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਨੂੰ ਕਨਵਰਟ ਕਰਨਾ ਉਹਦੇ ਵਾਸਤੇ ਇੱਕ ਮੈਂਡੇਟਰੀ ਹੋ ਜਾਂਦਾ। ਪਰ ਮੈਂ ਜਦੋਂ ਮੈਂ ਇਹਨਾਂ 'ਚ ਵਿਚਰਦਾ ਵਾਂ ਆਪਣੇ NRI ਭਰਾਵਾਂ ਦੇ ਵਿੱਚ, ਬੜਾ ਵਾਰੀ ਮੌਕਾ ਮਿਲਿਆ, ਮਹਿਸੂਸ ਇਹ ਕਰਦਾ ਵੀ ਨੌਲੇਜ ਨਹੀਂ ਹੈ ਐਂਡ ਕੋਈ ਵੀ ਲੋਕ ਆਪਣੇ ਅਕਾਊਂਟਸ ਨੂੰ ਸ਼ਿਫਟ ਨਹੀਂ ਕਰਦੇ। ਜਦੋਂ ਦੇ ਇੰਡੀਆ ਤੋਂ ਗਏ ਨੇ, ਉਹਨਾਂ ਦੇ ਪੁਰਾਣੇ ਅਕਾਊਂਟ ਇੱਥੇ ਚਲੇ ਜਾਂਦੇ ਨੇ। ਓਕੇ। ਕਈਆਂ ਜਿਹਨਾਂ ਨੂੰ ਨੌਲੇਜ ਆ ਵੀ ਕਰਨੇ ਨੇ, ਉਹਨਾਂ ਨੂੰ ਇੱਕ ਡਰ ਇਹ ਆ ਜਾਂਦਾ ਵੀ ਜਦੋਂ NRO ਕਰ ਲਿਆ ਅਕਾਊਂਟ ਅਤੇ ਸਾਡੇ 'ਤੇ ਟੈਕਸ ਪੈਣਾ ਸ਼ੁਰੂ ਹੋ ਜਾਏਗਾ। ਟੈਕਸ ਪੈਣਾ ਨਹੀਂ ਹੁੰਦਾ, ਟੈਕਸ ਕੱਟਣਾ ਹੁੰਦਾ। ਟੈਕਸ ਲੱਗਣ ਦੇ ਵਿੱਚ ਅਤੇ ਟੈਕਸ ਕੱਟਣ ਦੇ ਵਿੱਚ ਬੜਾ ਫਰਕ ਹੈ। ਓਕੇ। ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਹੈ ਜਿਹੜਾ, ਉਹਦੇ ਉੱਤੇ ਜਿੰਨਾ ਮਰਜ਼ੀ ਤੁਹਾਡਾ ਪੈਸਾ ਪਿਆ ਹੋਵੇ, ਪ੍ਰਿੰਸੀਪਲ ਅਮਾਊਂਟ ਦੇ ਉੱਤੇ ਕੋਈ ਨਹੀਂ ਟੈਕਸ ਲੱਗਦਾ। ਜਿਹੜਾ ਤੁਹਾਨੂੰ ਬੈਂਕ ਨੇ ਵਿਆਜ ਦੇਣਾ, ਉਹ ਤਾਂ ਆਰਡੀਨਰੀ ਅਕਾਊਂਟ 'ਚ ਵੀ ਦਿੰਦੇ ਨੇ ਨਾ। ਜਿਹੜਾ NRO ਅਕਾਊਂਟ ਦੇ ਵਿੱਚ ਤੁਹਾਨੂੰ ਵਿਆਜ ਦੇਣਾ, ਉਹਦੇ ਉੱਤੇ ਉਹਨਾਂ ਨੇ 30% ਟੈਕਸ ਕੱਟ ਕੇ ਤੁਹਾਡੇ ਪੈਨ ਦੇ ਅਗੇਂਸਟ ਡਿਪਾਰਟਮੈਂਟ 'ਚ ਜਮ੍ਹਾਂ ਕਰਾ ਦੇਣਾ। ਜੀ, ਤੁਸੀਂ ਆਪਣੀ ਰਿਟਰਨ ਭਰੋ, ਇਹ TDS ਦਾ ਤੁਹਾਨੂੰ ਸੈਟਅਪ ਮਿਲ ਜਾਂਦਾ। ਉਹਦੇ ਵਿੱਚ ਅਗਰ ਤੁਹਾਡੀ ਕੋਈ ਲਾਇਬਿਲਿਟੀ ਬਣਦੀ ਹੈ, ਠੀਕ ਹੈ, ਉਸ ਸਾਲ ਦੀ ਨਹੀਂ ਬਣਦੀ ਤਾਂ ਤੁਹਾਨੂੰ ਵਾਪਸ ਆ ਜਾਂਦਾ। ਕਈ ਲੋਕਾਂ ਦੇ ਦਿਮਾਗ 'ਚ ਇਹ ਆਇਆ ਹੋਇਆ ਜੀ ਟੈਕਸ ਲੱਗ ਜਾਂਦਾ ਉਹਦੇ 'ਤੇ, ਅਤੇ ਉਹ ਰਿਸਕ ਲੈਂਦੇ ਨੇ, ਕਿਉਂਕਿ ਇਹਦੇ ਉੱਤੇ ਐਕਸ਼ਨ ਲਿਆ ਜਾ ਸਕਦਾ FEMA ਦਾ। ਜੇ ਇਹ ਬੜੀ ਪੈਟੀ ਚੀਜ਼ ਹੈ FEMA ਵਾਸਤੇ, ਇਹਨਾਂ ਕੰਮਾਂ 'ਚ ਜਾਂਦੇ ਨਹੀਂ, ਪਰ ਵਾਇਲੇਸ਼ਨ ਹੈ ਜੇ ਅਸੀਂ ਇਹਨੂੰ ਕਹੀ, ਕਿਉਂਕਿ ਇੱਕ ਐਕਟ ਬਣਿਆ, ਪ੍ਰੋਵੀਜ਼ਨ ਹੈਗੀਆਂ ਨੇ, ਅਗਰ ਨਹੀਂ ਮੰਨਦੇ ਤਾਂ ਵਾਇਲੇਸ਼ਨ ਹੈ। ਜੀ। ਦੂਸਰਾ ਅਕਾਊਂਟ ਹੁੰਦਾ ਵੀ ਜਿਹੜਾ ਵਿਅਕਤੀ ਇੱਧਰੋਂ ਚਲਾ ਗਿਆ, ਉੱਥੇ PR ਬਣ ਗਿਆ, ਕਈ ਲੋਕ ਉੱਥੇ ਜਾ ਕੇ ਸਿਟੀਜ਼ਨਸ਼ਿਪ ਵੀ ਲੈ ਲੈਂਦੇ ਨੇ, ਉਹਨਾਂ ਵਾਸਤੇ ਜਿਹੜਾ ਫਾਇਦੇਮੰਦ ਅਕਾਊਂਟ ਹੁੰਦਾ, ਜਿਨ੍ਹਾਂ ਨੇ ਪੈਸੇ ਇੰਡੀਆ 'ਚ ਭੇਜਣੇ ਨੇ, ਉਹ ਹੈਗਾ NRE। ਓਕੇ। ਨਾਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ। ਨਾਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਦਾ ਬੈਨੀਫਿਟ ਇਹ ਹੈਗਾ ਵੀ ਜਿਹੜੇ ਉਹਦੇ 'ਚ ਸਿਰਫ ਪੈਸੇ ਉੱਧਰੋਂ ਆਉਣੇ ਨੇ। ਹੁਣ ਜਿੱਦਾਂ ਇੱਕ ਛੋਟਾ ਜਿਹਾ ਕੰਪੈਰੀਜ਼ਨ ਕਰਦੀ ਹੈ, NRO ਜਿਹੜਾ ਹੈਗਾ, ਉਹਦੇ ਵਿੱਚ ਇੰਡੀਅਨ ਪੈਸੇ ਜਮ੍ਹਾਂ ਹੁੰਦੇ ਨੇ, ਉਹੀ ਜਮ੍ਹਾਂ ਹੋਣਗੇ ਜਿਹੜੇ ਪੈਸੇ ਤੁਹਾਨੂੰ ਇੱਥੇ ਇਨਕਮ ਹੋ ਰਹੀ ਹੈ।
ਇੰਡੀਆ 'ਚ ਤੁਹਾਡੀ ਪ੍ਰਾਪਰਟੀ ਹੈ, ਤੁਹਾਨੂੰ ਉੱਥੇ ਕਿਰਾਇਆ ਆ ਰਿਹਾ, ਤੁਹਾਡਾ ਕੋਈ ਬਿਜ਼ਨਸ ਹੈ, ਸ਼ੇਅਰ ਮਿਲ ਰਿਹਾ, ਉਹ 'ਚ ਕਿਰਾਇਆ ਆ ਰਿਹਾ, ਤੁਸੀਂ ਕੋਈ ਡਿਪੋਜ਼ਿਟ ਦਿੱਤੇ ਨੇ, ਉਹ 'ਤੇ ਵਿਆਜ ਆ ਰਿਹਾ। ਜਾਂ ਕਈ ਲੋਕ ਜਿਹੜੇ ਬਜ਼ੁਰਗ ਹੋ ਜਾਂਦੇ ਨੇ, ਉਹਨਾਂ ਦੇ ਬੱਚੇ ਉਹਨਾਂ ਨੂੰ ਐਜ਼ ਅ ਪੇਰੈਂਟ ਕੈਟੇਗਰੀ ਦੇ ਵਿੱਚ ਲੈ ਜਾਂਦੇ, ਉਹਨਾਂ ਨੂੰ ਪੈਨਸ਼ਨ ਲੱਗੀ ਹੁੰਦੀ ਹੈ, ਪੈਨਸ਼ਨ ਇਸੇ ਅਕਾਊਂਟ 'ਚ ਕ੍ਰੈਡਿਟ ਹੁੰਦੀ ਹੈ ਉਹਨਾਂ ਦੀ ਜਿਹੜੀ ਹੈਗੀ, ਉਹਦੇ 'ਚ ਹੋ ਸਕਦੀ ਹੈ। ਇਹ ਸੋਰਸਸ ਤੋਂ ਬਿਨਾਂ ਜਿਹੜਾ NRE ਅਕਾਊਂਟ ਹੈ, ਉਹਦੇ ਵਿੱਚ ਇੰਡੀਅਨ ਮਨੀ ਜਮ੍ਹਾਂ ਨਹੀਂ ਹੁੰਦਾ। ਓਕੇ। ਨੌਨ ਰੈਜ਼ੀਡੈਂਟ ਐਕਸਟਰਨਲ ਦਾ ਮਤਲਬ ਇਹ ਹੈ ਵੀ ਇਹ ਨੌਨ ਰੈਜ਼ੀਡੈਂਟ ਹੈ, ਇਹ 'ਚ ਪੈਸਾ ਬਾਹਰੋਂ ਹੀ ਆਉਣਾ। ਤੁਸੀਂ ਕੈਨੇਡਾ ਬੈਠੇ ਹੋ, ਅਮਰੀਕਾ ਬੈਠੇ ਹੋ, ਆਸਟ੍ਰੇਲੀਆ ਬੈਠੇ ਹੋ, ਕਿਸੇ ਵੀ ਕੰਟਰੀ 'ਚ ਬੈਠੇ ਹੋ, ਤੁਸੀਂ ਉੱਥੋਂ ਉਸ ਕਰੰਸੀ ਦੇ ਵਿੱਚ ਪੈਸਾ ਉਹਦੇ 'ਚ ਭੇਜੋਗੇ ਜੀ। ਜਿੰਨਾ ਚਿਰ ਨੌਨ ਰੈਜ਼ੀਡੈਂਟ ਐਕਸਟਰਨਲ NRE ਅਕਾਊਂਟ ਦੇ ਵਿੱਚ ਤੁਹਾਡਾ ਪੈਸਾ ਜਮ੍ਹਾਂ ਰਹੇਗਾ, ਉਹਦੇ ਉੱਤੇ ਤੁਹਾਨੂੰ ਭਾਰਤ ਸਰਕਾਰ RBI ਦੇ ਨੋਟੀਫਿਕੇਸ਼ਨ ਮੁਤਾਬਕ ਬੈਂਕ ਜਿਹੜੇ ਹੈਗੇ ਨੇ ਤੁਹਾਨੂੰ ਇੰਟਰਸਟ ਦੇਣਗੇ। ਇਹ ਨਹੀਂ ਵੀ ਤੁਹਾਨੂੰ ਇੰਟਰਸਟ ਨਹੀਂ ਮਿਲਣਾ, ਉਹ ਤੁਹਾਨੂੰ ਇੰਟਰਸਟ ਦੇਣਗੇ। ਉਹਦੇ ਉੱਤੇ ਨਾ ਕੋਈ ਟੈਕਸ ਕੱਟਿਆ ਜਾਂਦਾ, TDS ਨਹੀਂ ਹੁੰਦਾ ਉਸ ਇੰਟਰਸਟ 'ਤੇ, ਨਾ ਹੀ ਉਹ ਜਿਹੜਾ ਇੰਟਰਸਟ ਹੈਗਾ ਤੁਹਾਡੀ ਇਨਕਮ 'ਤੇ ਟੈਕਸੇਬਲ ਹੈ, ਉਹ ਵੀ ਐਗਜ਼ੈਂਪਟਡ ਹੈ। ਤੀਸਰਾ ਇੱਕ ਅਕਾਊਂਟ ਹੁੰਦਾ FCNRE, ਫੋਰਨ ਕਰੰਸੀ ਨੌਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ। ਜੀ। ਸੰਦੀਪ ਜੀ, ਉਹਦੀ ਇੱਕ ਬਿਊਟੀ ਹੈ ਅਕਾਊਂਟ ਦੀ ਵੀ ਤੁਹਾਡੇ ਕੋਲ ਉੱਥੇ ਡਾਲਰ ਪਏ ਨੇ, ਤੁਸੀਂ ਉਹ ਅਕਾਊਂਟ ਡਾਲਰਾਂ 'ਚ ਹੀ ਖੁੱਲ੍ਹਣਾ। ਜੇ ਤੁਸੀਂ ਅਮਰੀਕਾ ਬੈਠੇ ਹੋ US ਡਾਲਰ 'ਚ ਖੁੱਲ੍ਹੇਗਾ, ਕੈਨੇਡਾ ਬੈਠੇ ਹੋ ਤੁਹਾਨੂੰ ਕੈਨੇਡੀਅਨ ਡਾਲਰ। ਜਿਹੜੇ ਅਕਾਊਂਟ ਜਿਹੜੀ ਕਰੰਸੀ ਤੁਸੀਂ ਖੋਲੋਗੇ ਉਹੀ ਕਰੰਸੀ ਉਹ 'ਚ ਪਈ ਰਹੇਗੀ, ਉਸੇ ਕਰੰਸੀ ਦੇ ਵਿੱਚ ਤੁਹਾਨੂੰ ਬੈਂਕ ਵਿਆਜ ਦੇਗਾ। ਉਹ ਐਂਡ ਐਟ ਕਾਲ ਤੁਸੀਂ ਉਹ ਪੈਸਾ ਵਾਪਸ ਲੈ ਸਕਦੇ ਹੋ, ਕਿਤੇ RBI ਦੀ ਪਰਮਿਸ਼ਨ ਦੀ ਲੋੜ ਨਹੀਂ। ਓਕੇ। NRE ਦੇ ਵਿੱਚੋਂ ਵੀ ਇੱਦਾਂ ਵੀ ਯੂ ਕੈਨ ਰੀਪੈਟਰੀਏਟ, ਕਿਉਂਕਿ ਪੈਸਾ ਬਾਹਰੋਂ ਹੀ ਆਇਆ, ਉਹ ਤਾਂ ਜਿੰਨਾ ਚਿਰ ਇੱਥੇ ਪਿਆ ਗਵਰਨਮੈਂਟ ਨੇ ਵਰਤ ਲਿਆ, ਡਿਪੋਜ਼ਿਟ ਗਵਰਨਮੈਂਟ ਕੋਲ ਤੇ ਆਉਂਦਾ ਹੀ ਹੈ ਨਾ, ਫੰਡਸ ਆ ਜਾਂਦੇ ਨੇ ਫॉर ਟਾਈਮ ਬਿੰਗ, ਉਹਨਾਂ ਨੇ ਵਿਆਜ ਤੁਹਾਨੂੰ ਦੇ ਦਿੱਤਾ, ਉਹਦੇ 'ਤੇ ਵੀ ਵਿਆਜ ਦੇ ਦਿੱਤਾ। ਦੋਨਾਂ 'ਚ ਇਹਦਾ ਵੱਡਾ ਫਰਕ ਹੈ ਵੀ ਜਿਹੜਾ NRE ਹੈ ਉਹਦੇ ਉੱਤੇ ਤੁਹਾਨੂੰ ਇੰਟਰਸਟ ਜਿਹੜਾ ਮਿਲਣਾ ਉਹ ਕਨਵਰਟੇਬਲ ਹੈ, ਦੇਣਗੇ ਇੰਡੀਅਨ ਦੇ ਵਿੱਚ, ਪਰ ਉਹ ਦੈਟ ਕੈਨ ਬੀ ਕਨਵਰਟਡ। ਤੁਸੀਂ ਪੈਸਾ ਰੀਪੈਟਰੀਏਟ ਕਰਨਾ ਸਾਰਾ ਵਿਦ ਦ ਇੰਟਰਸਟ ਤੁਸੀਂ ਵਾਪਸ ਲਿਜਾ ਸਕਦੇ ਹੋ, ਸੇਮ ਕਰੰਸੀ ਜਿਹਦੇ 'ਚ ਪੈਸਾ ਉੱਥੇ ਆਇਆ ਸੀਗਾ। ਓਕੇ। ਤੇ FCNRE ਦੇ ਵਿੱਚ ਵੀ ਜਿਹੜੀ ਕਰੰਸੀ ਤੁਸੀਂ ਅਕਾਊਂਟ ਖੋਲ੍ਹਿਆ ਉਸੇ ਕਰੰਸੀ 'ਚ ਉਹਨੂੰ ਵਿਆਜ ਮਿਲਣਾ, ਉਸੇ ਕਰੰਸੀ 'ਚ ਹੀ ਰੀਪੈਟਰੀਏਟ ਹੋਣਾ। ਹੁਣ ਉਹਨਾਂ ਦੇ ਅਸੀਂ ਕਈ ਵਾਰੀ ਜਦੋਂ ਅਨਾਲਿਸਿਸ ਕਰਦੇ ਆ ਨਾ, ਫਲਕਚੁਏਸ਼ਨ ਆਫ ਮਨੀ, ਇੰਡੀਆ ਦਾ ਪੈਸਾ ਡਾਊਨ ਜਾ ਰਿਹਾ, ਭਾਵੇਂ ਉਹਦੇ ਵਿੱਚ ਪੈਸਾ ਸਾਨੂੰ ਟੈਕਸ ਨਹੀਂ ਲੱਗਦਾ, ਅਸੀਂ ਬਹੁਤਾ ਇਨਕਰੇਜ ਨਹੀਂ ਕਰਦੇ ਲੋਕਾਂ ਨੂੰ। ਇਹ ਰੀਜ਼ਨ ਕੀ ਹੈ? ਅੱਜ ਤੁਸੀਂ FCNRE ਤੇ ਠੀਕ ਹੈ, ਅਗਰ ਅੱਜ ਡਾਲਰ ਤੁਸੀਂ ਉੱਥੇ 60 ਰੁਪਏ ਦਾ ਜਮ੍ਹਾਂ ਕਰਾਇਆ ਅਤੇ ਆਉਂਦਿਆਂ ਨੂੰ 62 ਦਾ ਹੋ ਗਿਆ, ਤੁਹਾਨੂੰ 62 ਰੁਪਏ ਹੀ ਮਿਲਣੇ ਨੇ। ਪਰ NRE ਅਕਾਊਂਟ ਦੇ ਵਿੱਚ ਵੀ ਉੱਧਰ ਕਰੋਗੇ ਜਿਹੜਾ ਪੈਸਾ ਹੁੰਦਾ, ਜਿਸ ਵੇਲੇ ਪੈਸੇ ਇੱਧਰ ਭੇਜ ਦਿੱਤੇ, ਅਗਰ ਇੰਡੀਆ 'ਚ ਆ ਕੇ ਪੈਸੇ ਕਢਾਏ, ਉੱਥੋਂ ਡਾਲਰ ਜ਼ਿਆਦਾ, ਇੱਥੇ ਰੇਟ ਘੱਟ ਗਿਆ ਰੁਪਈਏ ਦਾ, ਉਹ ਉੱਥੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਨਵਰਜਨ ਦੇ ਵਿੱਚ ਆ ਕੇ। ਓਕੇ। ਇਹ ਤਿੰਨ ਅਕਾਊਂਟ ਜਿਹੜੇ ਹੈਗੇ ਨੇ ਸਾਡੇ ਨੌਨ ਰੈਜ਼ੀਡੈਂਟ ਭਰਾ ਸਟੇਜ ਵਾਈਜ਼ ਐਂਡ ਰਿਕੁਆਇਰਮੈਂਟ ਵਾਈਜ਼ ਉਹਨਾਂ ਨੂੰ ਖੋਲ੍ਹ ਸਕਦੇ ਨੇ। ਜਿਹੜੇ ਨੌਨ ਰੈਜ਼ੀਡੈਂਟ ਜਰਨਲੀ ਸਾਰੇ ਗਏ ਉਹਨਾਂ ਬੱਚੇ ਵੀ ਉੱਥੇ ਜਾਂਦੇ ਨੇ ਪੜ੍ਹਨ ਵਾਸਤੇ 6 ਮਹੀਨੇ ਤੋਂ ਬਾਅਦ, ਉਹਨਾਂ ਦਾ ਵੀ ਅਗਰ ਇੱਥੇ ਕੋਈ ਅਕਾਊਂਟ ਹੈਗਾ ਤੇ ਉਹਨਾਂ ਨੂੰ ਇਹੀ ਐਡਵਾਈਜ਼ ਹੁੰਦੀ ਹੈ ਵੀ ਇੱਕ ਬੈਂਕ ਨੂੰ ਇੱਕ ਐਪਲੀਕੇਸ਼ਨ ਦੇਣੀ ਹੈ। ਹਰ ਇੱਕ ਬੈਂਕ ਨੇ ਆਪਣਾ ਆਪਣਾ ਪ੍ਰੋਫਾਰਮਾ ਬਣਾਇਆ, ਉਹ ਪ੍ਰੋਫਾਰਮਾ ਭਰ ਕੇ ਨਾਲ ਆਪਣੇ KYC ਜਿਹੜੇ ਡਾਕੂਮੈਂਟਸ ਹੁੰਦੇ ਨੇ ਉੱਥੋਂ ਦਾ PR ਕਾਰਡ ਹੀ ਲੈਣਗੇ। ਜੇ ਤੁਸੀਂ ਸਿਟੀਜ਼ਨਸ਼ਿਪ ਲੈ ਲਈ ਹੋਈ ਹੈ ਤਾਂ ਸਿਟੀਜ਼ਨਸ਼ਿਪ ਦਾ ਪਾਸਪੋਰਟ ਲੱਗ ਜਾਏਗਾ। ਕਈਆਂ ਨੇ OCI ਲਈ ਹੈ, OCI ਦਾ ਕਾਪੀ ਦੇ ਦਿਓ, KYC ਕੰਪਲੀਟ ਹੋ ਜਾਂਦੀ ਨਾਲ ਪੈਨ। ਹਾਂਜੀ। ਤੇ ਤੁਸੀਂ ਆਪਣਾ ਉਹਦਾ ਸਟੇਟਸ ਚੇਂਜ ਕਰਵਾ ਸਕਦੇ ਹੋ, ਕੋਈ ਵੱਡਾ ਉਹਦੇ 'ਚ ਕੰਮ ਨਹੀਂ ਹੈ, ਸਿੰਪਲ ਹੈ ਸਾਰਾ। ਬਿਲਕੁਲ ਸਿੰਪਲ ਪ੍ਰੋਸੈਸ ਉਹਦੇ 'ਚ ਰੱਖਿਆ ਉਹਨਾਂ ਨੇ। ਸੋ ਇਹਦੇ ਵਿੱਚ ਜਦੋਂ ਆਪਾਂ ਅਕਾਊਂਟਸ ਖੁਲਵਾਉਂਦੇ ਹਾਂ, ਨੈਚੁਰਲੀ ਆਪਾਂ ਪੈਸੇ ਵੀ ਉਹਦੇ 'ਚ ਲਗਾਉਣੇ ਨੇ ਤਾਂ ਜਾ ਕੇ ਅਕਾਊਂਟ ਓਪਨ ਹੋਏਗਾ। ਇਹਦੇ ਵਿੱਚ ਜਿਹੜੇ ਬਾਕੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਹ ਵੀ ਡਿਪੋਜ਼ਿਟਸ ਹੁੰਦੇ ਨੇ। ਇਹ ਡਿਪੋਜ਼ਿਟਸ ਦੇ ਵੱਖ-ਵੱਖ ਤਰੀਕੇ ਨੇ ਕਿ ਸੇਮ ਤਰੀਕਾ ਹੈ, ਜਾਂ ਜਿੱਦਾਂ ਤੁਸੀਂ ਦੱਸਿਆ ਨਾ ਕਿ ਕਿਸੇ 'ਚ ਐਕਸਟਰਨਲ ਦੇ ਵਿੱਚ ਬਾਹਰੋਂ ਹੀ ਪੈਸਾ ਆਏਗਾ, ਇੰਡੀਅਨ ਕਰੰਸੀ ਨਹੀਂ। ਜਿਸ ਅਸੀਂ ਡਿਸਕਸ ਕਰ ਰਹੇ ਸੀ ਜਿਹੜਾ NRO ਅਕਾਊਂਟ ਆ ਉਹਦੇ ਵਿੱਚ ਸਿਰਫ ਇੰਡੀਅਨ ਮਨੀ ਹੀ ਜਮ੍ਹਾਂ ਹੋਣੀ ਹੈ ਜੀ। ਇੰਡੀਆ ਦੇ ਵਿੱਚ ਹੀ ਉਹਨੇ ਖੁੱਲ੍ਹਣਾ, ਇੰਡੀਅਨ ਮਨੀ ਹੀ ਵਿਡਰਾ ਹੋਣੀ ਹੈ ਜੀ। ਹਾਂ, ਉਹਦੇ 'ਚ ਇੱਕ ਇਹ ਜ਼ਰੂਰ ਹੈਗਾ ਵੀ ਤੁਸੀਂ ਜਿੱਦਾਂ NRE ਅਕਾਊਂਟ ਹੈ, NRE ਐਕਸਟਰਨਲ ਅਕਾਊਂਟ ਹੈ, ਉਹਦੇ ਵਿੱਚ ਤੁਹਾਨੂੰ ਪਤਾ ਜਿਹੜਾ ਟੈਕਸ ਇੰਟਰਸਟ ਮਿਲਦਾ ਉਹ 'ਤੇ ਟੈਕਸ ਨਾ ਕੱਟਦੇ ਨੇ, ਨਾ ਉਹ ਟੈਕਸੇਬਲ ਹੈ। 3 ਮਹੀਨੇ ਅਗਰ NRO ਅਕਾਊਂਟ ਦੇ ਵਿੱਚ ਤੁਹਾਡਾ ਉਹ ਪੈਸਾ ਪਿਆ ਹੋਇਆ, ਤੁਸੀਂ 15 CACB ਬੈਂਕ ਨੂੰ ਦੇ ਕੇ ਫਾਰਮ NRO ਤੋਂ NRE ਦੇ ਵਿੱਚ ਪੈਸੇ ਭੇਜ ਸਕਦੇ ਹੋ। ਓਕੇ। ਇੱਕ ਤੁਹਾਡਾ ਇੱਥੇ ਟੈਕਸ ਕੱਟਣਾ ਬਚ ਗਿਆ, ਟੈਕਸੇਬਿਲਿਟੀ ਬਚ ਗਈ। ਉੱਧਰ ਜਿਹੜੇ ਪੈਸੇ 'ਤੇ ਟੈਕਸ ਮਿਲਣਾ ਠੀਕ ਹੈ, ਰੇਟ ਆਫ ਇੰਟਰਸਟ ਥੋੜ੍ਹਾ ਜਿਹਾ ਘੱਟ ਹੈਗਾ, ਪਰ ਉਹਦੇ 'ਤੇ ਨਾ ਟੈਕਸ ਕੱਟਿਆ ਜਾਣਾ, ਨਾ ਤੁਹਾਡਾ ਉਹਦੇ 'ਤੇ ਕੋਈ ਟੈਕਸ ਪੈਣਾ। ਜੀ। ਰੀਜ਼ਨ ਹੈ ਵੀ NRE ਅਕਾਊਂਟ ਹੈਗਾ ਹੀ ਐਕਸਟਰਨਲ ਅਕਾਊਂਟ ਹੈ। ਸ਼ੋਰ।
ਜਿੱਦਾਂ ਅਸੀਂ 15 CACB ਦੇ ਕੇ ਅਸੀਂ ਪੈਸੇ ਬਾਹਰ ਲੈ ਜਾਂਦੇ ਹਾਂ, ਸੇਮ ਵੇ ਦੇ ਨਾਲ ਤੁਸੀਂ NRO ਤੋਂ ਅਗਰ ਤੁਹਾਨੂੰ ਉੱਥੇ ਪੈਸੇ ਨਹੀਂ ਚਾਹੀਦੇ ਤੇ ਉਹ ਟੈਕਸ ਲਾਇਬਿਲਿਟੀ ਤੋਂ ਬਚਣ ਵਾਸਤੇ NRO ਤੋਂ NRE ਦੇ ਵਿੱਚ ਤੁਸੀਂ ਆਪਣੇ ਪੈਸੇ ਸ਼ਿਫਟ ਕਰਾ ਸਕਦੇ ਹੋ। ਓਕੇ, ਇਹ ਹੈ ਹੁਣ ਡਿਪੋਜ਼ਿਟਸ ਦਾ ਸਾਰਾ। ਓਕੇ, ਇਹ ਦੋਨੋਂ ਚੀਜ਼ਾਂ ਹੋ ਗਈਆਂ। ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਬੈਂਕ ਅਕਾਊਂਟ ਵੀ ਖੁੱਲ੍ਹ ਗਏ, ਕਿਤੇ ਮਨੀ ਦੀ ਟ੍ਰਾਂਜੈਕਸ਼ਨਸ ਕਿਵੇਂ ਕਰਨੀਆਂ ਨੇ ਉਹ ਵੀ ਅਸੀਂ ਉਹਦੇ 'ਚ ਕਲੀਅਰ ਹੋ ਗਏ। ਹੁਣ ਮਨੀ ਟ੍ਰਾਂਸਫਰ ਕਰਨੀ ਹੁੰਦੀ, ਹੁਣ ਮਨੀ ਟ੍ਰਾਂਸਫਰ ਉਦੋਂ ਕਰਾਂਗੇ ਜਦੋਂ ਮਨੀ ਹੈ ਸਾਡੇ ਅਕਾਊਂਟ ਦੇ ਵਿੱਚ। ਸੋ ਇੱਥੇ ਕਿਹੜੇ ਸੋਰਸਿਸ ਨੇ? ਇੱਥੇ ਸੋਰਸਿਸ ਹੋ ਸਕਦੀ ਹੈ ਕਿਸੇ ਨੂੰ ਕੋਈ ਪੈਨਸ਼ਨਸ ਆਉਂਦੀਆਂ ਹੋਣ, ਜਾਂ ਕਿਤੋਂ ਕੋਈ ਗਿਫਟ ਮਨੀ ਆ ਗਈ, ਉਹ ਹੋ ਗਈ, ਕੋਈ ਪ੍ਰਾਪਰਟੀ ਦਾ ਹੋ ਗਿਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਮ੍ਹਾਂ ਹੋ ਰਹੀਆਂ ਨੇ ਤੁਹਾਡੇ ਅਕਾਊਂਟਸ ਦੇ ਵਿੱਚ। ਨਾ ਇੱਥੋਂ ਅਸੀਂ ਉਹ ਟ੍ਰਾਂਸਫਰ ਕਰਨੀਆਂ ਨੇ ਜਿੱਥੇ ਅਸੀਂ ਜਾ ਕੇ ਵੱਸਦੇ ਹਾਂ, ਐਨੀ ਕੰਟਰੀ। ਸੰਦੀਪ ਜੀ, ਜਿਹੜਾ ਈਜ਼ੀਐਸਟ ਵੇ ਹੈਗਾ, ਈਜ਼ੀਐਸਟ ਐਂਡ ਲੀਗਲ ਵੇ ਅਸੀਂ ਜਿਹਨੂੰ ਕਹਿ ਦਿੰਦੇ ਜੀ ਜੀ। ਉਹ ਟ੍ਰਾਂਸਫਰ ਆਫ ਬੈਂਕਿੰਗ ਚੈਨਲ। ਇੱਥੇ ਇੱਕ ਨੌਨ ਰੈਜ਼ੀਡੈਂਟ NRI ਦਾ ਅਕਾਊਂਟ ਖੁੱਲ੍ਹਿਆ NRO, ਉਹਦੇ ਵਿੱਚ ਜਾਂ ਜਿੱਦਾਂ ਅਸੀਂ ਡਿਸਕਸ ਕਰਨੇ ਹਾਂ, ਪੈਨਸ਼ਨ ਆ ਰਹੀ ਹੈ, ਉਹਨੂੰ ਕੋਈ ਪ੍ਰਾਪਰਟੀ ਤੋਂ ਕਿਰਾਇਆ ਆ ਰਿਹਾ, ਕਿਤੇ ਡਿਪੋਜ਼ਿਟ ਦਿੱਤੇ ਨੇ ਉਹਦਾ ਵਿਆਜ ਆ ਰਿਹਾ ਹੈ ਨਾ, ਉਹ NRO ਦੇ ਵਿੱਚ ਜਿੰਨੀ ਵੀ ਕਿਸੇ ਨੇ ਗਿਫਟ ਮਨੀ ਦਿੱਤੀ, ਜਿੰਨੀ ਵੀ ਇੰਡੀਅਨ ਚੋਂ ਆ ਰਹੀ ਹੈ ਪੈਸਾ, ਰਿਸੋਰਸ ਉਹਦਾ ਕੋਈ ਵੀ ਹੋਵੇ ਸੋਰਸਿਸ, ਉਹਦੇ 'ਚ ਜਮ੍ਹਾਂ ਹੋ ਰਿਹਾ। ਸ਼ੋਰ। ਪਲੱਸ ਅਗਰ ਉਹ ਆਪਣੇ ਪੇਰੈਂਟਸ ਤੋਂ ਕਿਸੇ ਤੋਂ ਲੈ ਲੈਂਦਾ, ਗਿਫਟ ਵੀ ਉਹਨੂੰ ਦੇ ਦਿੰਦੇ ਨੇ। ਕਿਉਂਕਿ ਸਾਡੇ ਇੰਡੀਅਨ ਇਨਕਮ ਟੈਕਸ ਦੇ ਵਿੱਚ ਨਾ ਜਿਹੜਾ ਗਿਫਟ ਦਾ ਨਾ, ਉਹ ਥੋੜ੍ਹਾ ਜਿਹਾ, ਹੁਣ ਜਦੋਂ ਪਹਿਲੇ ਹੁੰਦਾ ਸੀ ਗਿਫਟ ਟੈਕਸ ਐਕਟ ਹੁੰਦਾ ਸੀਗਾ, ਜਿਹੜਾ ਵਿਅਕਤੀ ਗਿਫਟ ਦਿੰਦਾ ਸੀ ਉਹਨੂੰ 5000 ਤੋਂ ਉੱਪਰ ਟੈਕਸ ਪੈਂਦਾ ਹੁੰਦਾ ਸੀਗਾ ਜੀ। ਗਿਫਟ ਟੈਕਸ ਐਕਟ ਜਿਹੜਾ ਅਬੋਲਿਸ਼ ਕਰਤਾ ਗਵਰਨਮੈਂਟ ਨੇ। ਇੱਕ ਨਾਲ ਪ੍ਰੋਵੀਜ਼ਨ ਦੇ ਦਿੱਤੀ ਹੈ ਸੈਕਸ਼ਨ 57 ਦੇ ਵਿੱਚ, ਇੱਕ ਲਿਸਟ ਆਫ ਰਿਲੇਟਿਵਸ ਇਨਕਮ ਟੈਕਸ ਦੇ ਵਿੱਚ ਵੀ, ਅਗਰ ਇਹਨਾਂ ਦਾ ਆਪਸ ਗਿਫਟ ਲੈਣ ਦੇਣ ਕਰਦੇ ਨੇ ਜੀ, ਤੇ ਉਹਦੇ ਵਿੱਚ ਨਾ ਗਿਫਟ ਦੇਣ ਵਾਲੇ ਨੂੰ ਕੋਈ ਪ੍ਰੋਬਲਮ ਆ। ਗਿਫਟ ਦੇਣ ਵਾਲੇ ਨੂੰ ਸਿਰਫ ਇਹ ਦੇਖਣਾ ਵੀ ਉਹ ਮੇਰੀ ਡਿਕਲੇਅਰਡ ਮਨੀ ਹੈ, ਮੇਰੀ ਕੈਪੀਟਲ ਹੈ, ਔਰ ਮੈਂ ਉੱਤੇ ਟੈਕਸ ਦਿੱਤਾ ਹੋਇਆ, ਅਕਮੂਲੇਟਡ ਕੈਪੀਟਲ ਆ ਜਾਂਦੀ ਮੇਰੇ ਕੋਲ। ਅਗਰ ਫੰਡਸ ਇਕੱਠੇ ਪਏ ਨੇ, ਰਿਟਰਨ ਮੈਂ ਭਰ ਰਿਹਾ, ਤੇ ਆਈ ਕੈਨ ਗਿਫਟ ਟੂ ਮਾਈ ਸਨ, ਜੀ, ਬ੍ਰਦਰ ਨੂੰ ਦੇ ਸਕਦਾ, ਫਾਦਰ ਨੂੰ ਦੇ ਸਕਦਾ। ਉੱਥੇ ਇੱਕ ਲਿਸਟ ਆਫ ਰਿਲੇਟਿਵਸ ਹੈਗੀ ਹੈ। ਇਸੇ ਉਹ ਅਗਰ ਉਸੇ ਗਿਫਟ ਦੇ ਵਿੱਚੋਂ, ਉਹਨਾਂ ਰਿਲੇਟਿਵਸ ਦੇ ਵਿੱਚੋਂ NRI ਵੀ ਗਿਫਟ ਲੈਂਦਾ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ, ਉਹ ਫਿਰ ਆਪਣੇ ਪੈਸੇ ਉੱਥੇ ਭੇਜ ਸਕਦਾ। ਨੈਕਸਟ ਇਹਦੇ 'ਚ ਇਹ ਆ ਜਾਂਦਾ ਵੀ ਜੇ ਜਿੱਦਾਂ ਹੁਣ ਅਸੀਂ ਉਹ ਆਊਟ ਆਫ ਉਹ ਤੋਂ ਲੈਂਦੇ ਹਾਂ, ਬਾਅਦ 'ਚ ਉਹਨਾਂ ਰਿਲੇਟਿਵਸ ਤੋਂ ਬਾਹਰ ਕਿਸੇ ਹੋਰ ਕੋਲੋਂ, ਯਾਰ ਦੋਸਤ ਕੋਲੋਂ ਲੈ ਲਿਆ। ਕਈ ਵਾਰੀ ਕਜ਼ਨ ਕਹਿੰਦੇ ਜੀ ਬ੍ਰਦਰ ਹੀ ਹੈਗਾ, ਪਰ ਕਜ਼ਨ ਉੱਥੇ ਕਵਰਡ ਨਹੀਂ ਹੈ ਜੀ। ਅਗਰ ਉਹਨਾਂ ਕੋਲੋਂ ਗਿਫਟ ਲੈ ਲਿਆ ਤੇ ਉੱਥੇ ਹੁਣ ਲੈਣ ਵਾਲੇ ਨੂੰ ਟੈਕਸ ਪੈਂਦਾ। ਜਿਸ ਬੰਦੇ ਨੇ ਮੈਂ ਲੱਖ ਰੁਪਈਆ ਲੈ ਲਿਆ, ਮੇਰਾ ਰਿਲੇਟਿਵ ਨਹੀਂ ਹੈ, ਮੈਨੂੰ ਲੱਖ ਮੇਰੀ ਰੈਗੂਲਰ ਇਨਕਮ ਦੇ ਵਿੱਚ ਐਡ ਹੋ ਜਾਏਗਾ। ਜਿਹੜਾ ਮੇਰਾ ਸਲੈਬ ਚੱਲਦਾ ਹੋਏਗਾ 20% 30%, ਮੈਨੂੰ ਉੱਤੇ ਟੈਕਸ ਦੇਣਾ ਪਏਗਾ, ਦੇਣ ਵਾਲੇ ਨੂੰ ਕੁਝ ਨਹੀਂ ਹੋਣਾ। ਸੋ ਹੈਗਾ ਉਹ ਜਿਹੜਾ ਪੈਸਾ NRO ਅਕਾਊਂਟ ਦੇ ਵਿੱਚ ਅਕਮੂਲੇਟ ਹੋਇਆ ਕਿਸੇ ਵੀ NRI ਦਾ, ਉਹ ਪੈਸਾ ਜਿਹੜਾ ਹੈਗਾ ਉਹ ਬੈਂਕਿੰਗ ਚੈਨਲ ਦੇ ਰਾਹੀਂ ਅਗਰ ਉੱਥੇ ਪੈਸੇ ਚਾਹੀਦੇ ਨੇ, ਉਹਦੀ ਆਪਸ਼ਨ ਹੋਏਗੀ ਆਪਣੀ। ਹੁਣ ਕਈ ਲੋਕ ਇੱਥੇ ਅੱਜ ਕੱਲ੍ਹ ਮੈਂ ਦੇਖਿਆ ਵੀ ਆਪਣੀਆਂ ਪ੍ਰਾਪਰਟੀਜ਼ ਬਹੁਤ ਵੇਚ ਰਹੇ ਨੇ, ਐਗਰੀਕਲਚਰ ਲੈਂਡ ਵੇਚ ਰਹੇ ਨੇ, ਜਾਂ ਹੁਣ ਜਿਹੜੇ ਸੋਚਦੇ ਨੇ ਵੀ ਪਰਿਵਾਰ ਉੱਧਰ ਚਲੇ ਗਏ ਨੇ, ਪਹਿਲਾਂ ਬੱਚੇ ਪੜ੍ਹਦੇ ਸੀਗੇ, ਬੱਚਿਆਂ ਨੇ PR ਲੈ ਲਈ, ਸਿਟੀਜ਼ਨਸ਼ਿਪ ਲੈ ਲਈ, ਉਹਨਾਂ ਨੇ ਪੇਰੈਂਟਸ ਨੂੰ ਬੁਲਾ ਲਿਆ, ਹੁਣ ਮਗਰ ਕੋਈ ਜੀ ਨਹੀਂ ਹੈਗਾ। ਉਹ ਕਹਿੰਦੇ ਸਾਡੀ ਐਗਰੀਕਲਚਰ ਲੁੱਕ ਆਫਟਰ ਕਰਨ ਵਾਲਾ ਕੋਈ ਨਹੀਂ, ਨਾ ਸਾਡੀ ਕੋਈ ਬਿਲਡਿੰਗ ਦਾ ਕੋਈ ਦੇਖਣ ਵਾਲਾ ਹੈਗਾ। ਫਿਰ ਉਹਨਾਂ ਦੇ ਲੋਕਾਂ 'ਚ ਡਰ ਵੀ ਹੁੰਦਾ ਜੀ ਉੱਥੇ ਅਗਰ ਵੀਰਾਨ ਪਈ ਹੈ, ਅਨਅਟੈਂਡਡ ਜਗ੍ਹਾ ਪਈ ਹੈ, ਕੋਈ ਵੀ ਬੰਦਾ ਕੁਝ ਵੀ ਕਰ ਸਕਦਾ, ਕਬਜ਼ਾ ਹੋ ਸਕਦਾ ਹੈ। ਹੁਣ ਥੋੜ੍ਹਾ ਜਿਹਾ ਨਾ ਇਹ ਸ਼ੁਰੂ ਹੋ ਗਿਆ ਵੀ ਆਪਣੀਆਂ ਪ੍ਰਾਪਰਟੀਆਂ ਵੇਚ ਦਿਓ, ਕਿਉਂਕਿ ਜਿਹੜੀਆਂ ਪੁਰਾਣੀਆਂ ਜਨਰੇਸ਼ਨ ਸੀ ਉਹਨਾਂ ਨੂੰ ਬੜਾ ਤੇਹ ਹੁੰਦਾ ਸੀ ਆਪਣੀ ਪ੍ਰਾਪਰਟੀ ਨਾਲ। ਐਗਰੀਕਲਚਰ ਲੈਂਡ ਪਿੰਡਾਂ ਦੇ ਵਿੱਚ ਹੁੰਦੀ ਸੀ, ਕੋਈ ਵੇਚਦਾ ਨਹੀਂ ਸੀ, ਖਰੀਦਦੇ ਹੀ ਹੁੰਦੇ ਸੀ। ਪਹਿਲਾਂ ਨੌਨ ਰੈਜ਼ੀਡੈਂਟ ਉੱਥੋਂ ਪੈਸੇ ਭੇਜਣੇ, ਗੁਆਂਢੀਆਂ ਦੀ ਲੱਗਦੀ ਉਹ ਵੀ ਖਰੀਦ ਲਓ। ਹੁਣ ਉਹ ਚੀਜ਼ਾਂ ਰਹਿ ਨਹੀਂ ਗਈਆਂ। ਨਵੀਂ ਜਨਰੇਸ਼ਨ ਇੱਥੇ ਆ ਕੇ ਰਾਜੀ ਨਹੀਂ। ਜਿਹੜੇ ਉੱਥੇ ਬੌਰਨ ਉਹਨਾਂ ਦੇ ਬੱਚੇ ਨੂੰ ਉਹ ਤਾਂ ਕਹਿੰਦੇ ਅਸੀਂ ਤਾਂ ਜਾਣਾ ਹੀ ਨਹੀਂ, ਉਹਨੂੰ ਤਾਂ ਪਤਾ ਹੀ ਨਹੀਂ, ਉਹਨਾਂ ਨੇ ਵੀ ਨਹੀਂ ਪਤਾ ਵੀ ਕਿਹੜੀ ਇੰਤਕਾਲ 'ਚ ਕਿਹੜੀ ਜਗ੍ਹਾ ਸਾਡੀ ਜਾ ਪੈਂਦੀ, ਕਿੱਦਾਂ ਕਢਾਵਾਂਗੇ ਜਾ ਕੇ। ਫਿਰ ਨੋ ਦੇ ਆਰ ਟਰਾਈਂਗ ਕਿ ਅਸੀਂ ਇਹ ਜਗ੍ਹਾ ਡਿਸਪੋਜ਼ ਕਰੀਏ। ਕਾਫੀ ਲੋਕ ਵੇਚਦੇ ਪਏ ਨੇ। ਉਹ ਜਿਹੜੀ ਸੇਲ ਪ੍ਰੋਸੀਡ ਆਉਂਦੀ ਉਹ ਵੀ NRO ਅਕਾਊਂਟ 'ਚ ਜਮ੍ਹਾਂ ਹੋਣੀ, ਕਿਉਂਕਿ ਇੰਡੀਅਨ ਇਨਕਮ ਹੈ, ਇੰਡੀਅਨ ਮਨੀ ਹੈ। ਕਈ ਜਿਹੜੀਆਂ ਪ੍ਰਾਪਰਟੀਜ਼ ਉਹਨਾਂ 'ਤੇ ਕੈਪੀਟਲ ਗੇਨ ਪੈਂਦਾ, ਕੋਈ ਐਗਰੀਕਲਚਰ ਲੈਂਡ ਹੈਗੀ ਉਹਨਾਂ 'ਤੇ ਕੈਪੀਟਲ ਗੇਨ ਨਹੀਂ ਪੈਂਦਾ, ਜਿਹੜੀਆਂ ਕਾਰਪੋਰੇਸ਼ਨ ਕਮੇਟੀਜ਼ ਤੋਂ ਬਾਹਰ ਪੈਂਦੀਆਂ ਉਹਨਾਂ 'ਤੇ ਕੈਪੀਟਲ ਗੇਨ ਨਹੀਂ ਨਾ ਪੈਂਦਾ, ਪਰ ਸੇਲ ਪ੍ਰੋਸੀਡ NRO ਅਕਾਊਂਟ 'ਚ ਹੀ ਜਮ੍ਹਾਂ ਹੋਣੀ ਹੈ। ਫਿਰ ਇੱਕ ਨਾਲ ਉੱਤੇ ਪ੍ਰੋਵੀਜ਼ਨ ਇਹ ਵੀ ਹੈਗੀ ਵੀ ਲੋਕੀ ਜਿਹੜਾ ਬਾਇਰ ਹੁੰਦਾ ਉਹਦੀ ਜ਼ਿੰਮੇਵਾਰੀ ਹੈ ਵੀ ਇਨਕਮ ਟੈਕਸ ਘਟੇ। 20% ਟੈਕਸ ਹੈ, 4% ਐਜੂਕੇਸ਼ਨ ਸੈਸ ਹੈ, ਅਗਰ ਉਹ 50 ਤੋਂ ਵੱਧ ਹੀ ਹੈਗੀ ਤਾਂ 12% ਸਰਚਾਰਜ ਵੀ ਹੈਗਾ। ਇਸ ਤਰ੍ਹਾਂ ਕਰਕੇ 22% ਪੈ ਜਾਂਦਾ।
ਜੀ ਬਾਇਰ ਨੇ ਉਹ ਟੈਕਸ ਕੱਟਣਾ ਹੁੰਦਾ, ਕੱਟ ਕੇ ਉਹਦੇ ਕੋਲ ਪੈਨ ਲੈ ਕੇ ਉਹਨੇ ਜਮ੍ਹਾਂ ਕਰਾਉਣਾ ਡਿਪਾਰਟਮੈਂਟ ਦੇ ਵਿੱਚ, ਬਾਕੀ ਪੈਸੇ ਉਹਨੂੰ ਦੇ ਦੇਣੇ। ਸੇਲ ਪ੍ਰੋਸੀਡ ਉਹ ਆਪਣੇ ਅਕਾਊਂਟ 'ਚ ਲੈ ਲਏਗਾ। ਜਦੋਂ ਰਿਟਰਨ ਭਰਨਗੇ ਉਹ ਪੈਸਾ ਐਡਜਸਟ ਹੋ ਕੇ ਉਹਨਾਂ ਨੂੰ ਉਹਦਾ ਰਿਫੰਡ ਆ ਜਾਏਗਾ। ਉਹ ਬੈਂਕ 'ਚ ਪੈਸਾ ਜਮ੍ਹਾਂ ਹੋ ਗਿਆ ਸਾਰਾ, ਹਰ ਸੋਰਸ ਤੋਂ, ਪੈਨਸ਼ਨ ਵੀ ਆ ਗਈ, ਇਹ ਵੀ ਆ ਗਈ, ਜਾਂ ਪ੍ਰਾਪਰਟੀ ਸੇਲ ਕਰਤੀ। ਹੁਣ ਉਹ ਆਪਣੀ ਰਿਟਰਨ ਭਰਨਗੇ ਜੀ ਤੇ 15 CACB ਫਾਰਮ, CA ਫਾਰਮ ਹੁੰਦਾ ਜਿਹੜਾ ਐਪਲੀਕੈਂਟ ਖੁਦ ਹੈਗਾ ਜੀ ਉਹ ਆਪ ਭਰੇਗਾ, ਡਿਜੀਟਲੀ ਫਾਈਲ ਜਾਂਦਾ। ਜਾਂ ਅਗਰ ਲੋਕਲ ਕਿਸੇ ਕੋਲ ਕੋਈ ਆਧਾਰ ਪੁਰਾਣੇ ਚੱਲਦੇ ਪਏ ਨੇ ਉਹਦੇ ਨਾਲ ਵੈਰੀਫਿਕੇਸ਼ਨ ਹੋ ਜੇ ਤਾਂ ਚੱਲਦਾ। ਅਦਰਵਾਈਜ਼ ਹੁਣ ਉਹਨਾਂ ਨੇ ਕਰਤਾ ਕਿ 15 CA ਫਾਰਮ ਜਿਹੜਾ ਹੈਗਾ ਉਹ ਡਿਜੀਟਲੀ ਵੈਰੀਫਾਈ ਹੋਏਗਾ, ਯਾ ਡਿਜੀਟਲ ਸਿਗਨੇਚਰ ਸਰਟੀਫਿਕੇਟ ਦੇ ਨਾਲ। 15 CA ਐਪਲੀਕੈਂਟ ਦੇ ਵੱਲੋਂ ਜਿਹਦਾ ਪੈਸਾ ਉੱਧਰ ਜਾਣਾ। 15 CB ਚਾਰਟਰਡ ਅਕਾਊਂਟੈਂਟ ਨੇ ਇੱਕ ਫਾਰਮ ਦੇਣਾ ਯਾ ਬਣਾ ਕੇ। ਚਾਰਟਰਡ ਅਕਾਊਂਟੈਂਟ ਵੀ ਪਹਿਲਾਂ ਵੈਰੀਫਾਈ ਕਰਦਾ ਕਿਉਂਕਿ ਉਹਦੀ ਜ਼ਿੰਮੇਵਾਰੀ ਹੈ ਜੀ ਵੀ ਇਹ ਜਿਹੜੀ ਕਿਸ ਬੰਦੇ ਨੂੰ ਜਾ ਰਹੀ ਹੈ ਇਹ ਤੇ ਕੋਈ ਟੈਕਸ ਲਾਇਬਿਲਿਟੀ ਹੈ, ਜਿਹੜਾ ਭੇਜ ਰਿਹਾ ਉਹਦੀ ਟੈਕਸ ਲਾਇਬਿਲਿਟੀ ਹੈ, ਜਿਹਨੂੰ ਭੇਜ ਰਿਹਾ ਉਹਦਾ ਕੋਈ ਟੈਕਸ ਤਾਂ ਨਹੀਂ ਸੀ ਕੱਟਣਾ ਇਹਨੇ। ਕਈਆਂ ਨੂੰ ਅਸੀਂ ਪ੍ਰੋਫੈਸ਼ਨਲ ਫੀਸ ਭੇਜਦੇ ਹਾਂ ਤਾਂ ਉੱਥੇ ਲਿਖਿਆ ਹੁੰਦਾ ਟੈਕਸ ਇਹਨਾਂ TDS ਕਰਨਾ, ਉਹਨੇ ਕੀਤਾ ਕਿ ਨਹੀਂ ਕੀਤਾ। CA ਸਾਰਾ ਇਹ ਸਰਟੀਫਾਈ ਕਰਕੇ ਉਹ 15 CB ਇਹ ਆਪਣਾ ਡਿਪਾਰਟਮੈਂਟ ਨੂੰ ਅਪਲੋਡ ਕਰਦਾ। ਓਕੇ CA ਵੀ ਡਿਪਾਰਟਮੈਂਟ ਨੂੰ ਅਪਲੋਡ ਹੋਇਆ, CB ਵੀ ਹੋਇਆ ਜੀ। ਡਿਪਾਰਟਮੈਂਟ ਉਹਨੂੰ ਪ੍ਰੋਸੈਸ ਵਿਦਿਨ 24 to 48 ਆਵਰ ਪ੍ਰੋਸੈਸ ਕਰਕੇ ਤੇ ਉੱਥੇ ਲਿਖ ਜਾਂਦਾ ਜੀ ਪ੍ਰੋਸੈਸਡ, ਤੇ ਤੁਸੀਂ ਡਾਊਨਲੋਡ ਕਰਕੇ ਉਹ ਫਾਰਮ ਬੈਂਕ ਨੂੰ ਜਾਣਾ। ਬੈਂਕ ਨੇ ਇੱਕ ਆਪਣਾ ਫਿਰ ਡਿਕਲੇਰੇਸ਼ਨ ਫਾਰਮ ਬਣਾਏ ਹੁੰਦੇ ਨੇ, ਹਾਂਜੀ ਸਿੰਪਲ ਹੈਗੇ ਨੇ, ਉਹਦੇ 'ਚ ਪਾਰਟੀਕੂਲਰਸ ਹੈਗੇ ਨੇ ਜਿਸ ਅਕਾਊਂਟ 'ਚ ਜਾਣੇ ਨੇ ਉੱਥੋਂ ਦੇ ਅਕਾਊਂਟ ਦੇ ਪਾਰਟੀਕੂਲਰਸ, ਜਿਹਦੇ 'ਚੋਂ ਜਾਣੇ ਨੇ ਉਹਦੇ ਪਾਰਟੀਕੂਲਰਸ, ਅਮਾਊਂਟ ਕਿੰਨੀ ਹੈ, ਕਰੰਸੀ ਕਿੰਨੀ ਹੈ। ਉਹ ਇੱਦਾਂ ਕਰਨ ਦੇ ਨਾਲ ਅਗਰ ਜਿਹੜਾ ਇੱਕ ਨੌਨ ਰੈਜ਼ੀਡੈਂਟ ਹੈ ਬੈਂਕ ਨੂੰ ਡਾਕੂਮੈਂਟ ਦਿੰਦਾ ਤੇ ਬੈਂਕ ਉਹਦੇ ਕੋਲੋਂ ਕੋਈ TCS ਨਹੀਂ ਚਾਰਜ ਕਰਦਾ। ਰਾਈਟ। ਇੱਥੇ ਇੱਕ TCS ਦਾ ਲੋਕਾਂ ਨੂੰ ਇੱਕ ਬੜਾ ਕਨਫਿਊਜ਼ਨ ਹੈ। TCS ਹੈ ਟੈਕਸ ਕਲੈਕਟਡ ਐਟ ਸੋਰਸ, ਨੰਬਰ 1। ਉਹ ਤੇ ਅਗਰ ਤੁਹਾਡਾ ਟੈਕਸ ਕਲੈਕਟਡ ਐਟ ਸੋਰਸ ਹੋ ਗਿਆ, ਬੈਂਕ ਨੇ ਲੈ ਲਿਆ, ਤਾਂ ਉਹ ਟੈਕਸ ਜਾਂਦਾ ਨਹੀਂ ਹੈ। ਉਹ ਜਦੋਂ ਰਿਟਰਨ ਫਾਈਲ ਕਰੋਗੇ ਤੁਹਾਡੇ 'ਚ ਸੈਟ ਆਫ ਮਿਲੇਗਾ, ਉਹਨੂੰ ਐਡਜਸਟ ਹੋਏਗਾ ਕਿ ਤੁਹਾਡਾ ਕੋਈ ਬਣਦਾ। ਜੀ ਬਿਲਕੁਲ। TCS ਸਿਰਫ ਨੌਨ ਇੰਡੀਅਨ ਰੈਜ਼ੀਡੈਂਟ ਦੇ ਉੱਤੇ ਲਗਾਇਆ ਗਵਰਨਮੈਂਟ ਨੇ। ਵੀ ਸਪੋਜ਼ ਮੇਰੇ ਬੱਚੇ ਉੱਥੇ ਅਗਰ ਪੜ੍ਹਦੇ ਨੇ ਜਾਂ ਉੱਥੇ ਰਹਿ ਰਹੇ ਨੇ, ਮੈਂ ਫੈਮਿਲੀ ਮੇਨਟੇਨੈਂਸ ਉਹਨਾਂ ਨੂੰ ਪੈਸੇ ਭੇਜਣਾ ਚਾਹੁੰਦਾ ਵਾਂ, ਮੈਂ ਭੇਜ ਸਕਦਾ ਵਾਂ। 1 ਸਾਲ ਦੇ ਵਿੱਚ 7 ਲੱਖ ਤੋਂ ਥੱਲੇ ਹੋਏਗਾ ਤੇ ਕੋਈ ਬੈਂਕ ਤੁਹਾਡਾ TCS ਨਹੀਂ ਲਏਗਾ, 5% ਵੀ ਨਹੀਂ ਲੱਗੇਗਾ। ਦਾ ਮੂਮੈਂਟ 7 ਲੱਖ ਤੋਂ ਫਿਗਰ ਵਧੇਗੀ ਤੇ ਤੁਹਾਡੇ ਕੋਲੋਂ 5% ਬੈਂਕ ਕਲੈਕਟ ਕਰ ਲਏਗਾ। ਰਾਈਟ। ਉਹ ਤੁਹਾਡੇ ਪੈਨ ਦੇ ਵਿੱਚ ਜਮ੍ਹਾਂ ਕਰਾਏਗਾ, ਤੁਹਾਡੀ ਰਿਟਰਨ ਦੇ ਵਿੱਚ ਜਿੱਦਾਂ ਉਹ ਸੈਟ ਆਫ ਹੋ ਜਾਏਗਾ, ਉਹਨੂੰ ਮਿਲ ਜਾਏਗਾ। ਜਿਸ ਵੇਲੇ ਬੈਂਕ ਜਾਂਦੇ ਨੇ ਬੈਂਕ ਪੁੱਛਦਾ ਵੀ ਇਹ ਜਿਹੜੀ ਰਿਮਿਟੈਂਸ, ਹੁਣ ਕਈ ਲੋਕ ਕਰਦੇ ਨੇ ਜੀ 6.5 ਲੱਖ ਭਰਦਾ, ਕਈਆਂ ਨੂੰ ਵਹਿਮ ਹੋਰ ਵੀ ਹੈਗਾ ਨਾ 6.5 ਦੂਜੇ ਬੈਂਕ 'ਚੋਂ ਹੀ ਭਰਤਾ। ਲੋਕ ਸਮਝਦੇ ਵੀ ਉਹਨੇ ਵੀ ਨਹੀਂ ਕੱਟਣਾ। ਉਹ ਥੱਲੇ ਇੱਕ ਲਾਈਨਾਂ ਹੁੰਦੀਆਂ ਨੇ ਵੀ ਇਸ ਤੋਂ ਪਹਿਲਾਂ ਕਿਹੜੇ ਜਿਹੜਾ ਹੈਗਾ ਜਿਹੜਾ ਮਨੀ ਐਕਸਚੇਂਜਰ ਹੈਗੇ ਨੇ ਨਾ, ਮਨੀ ਐਕਸਚੇਂਜਰ ਫੁੱਲ ਫਲੈਜ ਬੈਂਕ ਵੀ ਤੇ ਇੱਕ ਮਨੀ ਐਕਸਚੇਂਜਰ ਹੀ ਹੈ ਨਾ। ਬਿਲਕੁਲ। ਉਹ ਫੁੱਲ ਫਲੈਜ ਲਾਇਸੈਂਸ ਉਹਨਾਂ ਕੋਲ ਤੇ ਆਮ ਜਿੱਦਾਂ ਵੈਸਟਰਨ ਯੂਨੀਅਨ ਲੈ ਲਓ ਉਹਨਾਂ ਕੋਲ ਵੀ ਹੈਗਾ, ਉਹ ਡਿਕਲੇਅਰ ਨਹੀਂ ਕਰਦੇ। ਤੇ ਜੇ ਇੱਕ ਬੈਂਕ ਨੂੰ ਥੱਲੇ ਲਿਖਤਾ ਜੀ ਮੈਂ ਤਾਂ ਅੱਗੇ ਭੇਜਿਆ ਹੀ ਨਹੀਂ, ਉਹ ਤੋਂ 6.5 ਦੁਬਾਰਾ ਵੀ ਚਲਾ ਗਿਆ, ਉਹ ਤਾਂ ਟੈਕਸ ਨਹੀਂ ਕੱਟੇਗਾ। ਪਰ ਉਹਨਾਂ ਨੇ ਇੱਕ ਜਿਹੜਾ ਵਹਿਮ ਮੈਂ ਕਲੀਅਰ ਕਰਦੇ ਹਾਂ, ਉਹ ਜਿਹੜਾ ਉਹਦੇ 'ਤੇ ਪੈਨ ਹੁੰਦਾ, ਹਰ ਰਿਮਿਟੈਂਸ ਉੱਤੇ ਜਿਹੜਾ ਬੰਦਾ ਭੇਜਦਾ ਉਹਦਾ ਪੈਨ ਨੰਬਰ ਲਿਖਿਆ ਹੁੰਦਾ। ਤੇ ਉਹ ਜਿਸ ਵੇਲੇ ਅਪਲੋਡ ਹੁੰਦੀਆਂ ਨੇ ਇਨਫੋਰਮੇਸ਼ਨ ਹਰ ਬੈਂਕ ਤੋਂ ਡਿਪਾਰਟਮੈਂਟ ਨੂੰ, ਉੱਥੇ ਉਹ ਟੈਲੀ ਕਰ ਜਾਏਗਾ। ਉਹਦੀ ਫਿਰ ਨੌਨ ਡੈਕਲੇਰੇਸ਼ਨ ਦੀ ਪੈਨਲਟੀ ਵੀ ਲੱਗ ਸਕਦੀ ਹੈ। ਸੋ ਹੈਗਾ ਵੀ ਉਹਨੂੰ ਕਹਿੰਦੇ ਨੇ LRS, ਲਿਬਰਲਾਈਜ਼ਡ ਰਿਮਿਟੈਂਸ ਸਕੀਮ ਦੇ ਵਿੱਚ ਤੁਹਾਨੂੰ ਉਹ ਅਮਾਊਂਟ ਦੀ $2.5 ਲੱਖ ਤੱਕ ਦੀ ਇੱਕ ਇੰਡੀਅਨ ਰੈਜ਼ੀਡੈਂਟ ਆਪਣੇ ਉੱਥੇ ਦੇ ਨੌਨ ਰੈਜ਼ੀਡੈਂਟ ਰਿਲੇਟਿਵਸ ਜਿਹੜੇ ਬੇਟਾ ਹੋ ਗਿਆ, ਭਰਾ ਹੋ ਗਿਆ, ਫਾਦਰ ਹੋ ਗਿਆ, ਮਦਰ, ਉਹਨਾਂ ਨੂੰ ਭੇਜ ਸਕਦੇ ਨੇ। ਸਿਰਫ TCS ਲੱਗੇਗਾ। ਪਰਮਿਸ਼ਨ ਦੀ RBI ਤੋਂ ਪਰਮਿਸ਼ਨ ਦੀ ਲੋੜ ਨਹੀਂ ਹੈ। ਇੱਕ ਬੈਂਕਿੰਗ ਚੈਨਲ ਦਾ ਤੇ ਇਹ ਤੁਹਾਡਾ ਸਿੱਧਾ ਹੋ ਗਿਆ ਵੀ ਤੁਹਾਡੀ ਇੱਥੇ ਜਿਹੜੀ ਇਨਕਮ ਆ ਰਹੀ ਹੈ NRO ਅਕਾਊਂਟ ਦੇ ਵਿੱਚ ਗਈ ਹੈ ਤੇ ਇੱਕ ਉੱਥੇ ਹੈ ਚਲੇਗੀ। ਦੂਸਰੇ ਰਿਮਿਟੈਂਸ ਤੋਂ ਉਹੀ ਹੈ ਜਿਹੜੀ NRE ਅਕਾਊਂਟ ਖੋਲ੍ਹਿਆ ਬੰਦੇ ਨੇ, ਬਾਹਰ ਬੈਠੇ ਖੋਲ੍ਹਿਆ, ਐਕਸਟਰਨਲ ਅਕਾਊਂਟ ਹੈ, ਬਾਹਰੋਂ ਹੀ ਕਰੰਸੀ ਆਈ ਉਹ ਬਾਹਰ ਹੀ ਜਾ ਸਕਦੀ, ਉਹਦੀ ਵੀ ਪਰਮਿਸ਼ਨ ਦੀ ਲੋੜ ਨਹੀਂ ਹੈ, ਬੜੀ ਈਜ਼ੀਲੀ ਜਾਂਦੀ ਕਿਉਂਕਿ ਉੱਥੋਂ ਹੀ ਆਈ, ਉੱਥੇ ਸਟੈਕ ਹੋਈ ਹੈ। ਇੰਡੀਆ ਨੂੰ ਸਿਰਫ ਡਿਪੋਜ਼ਿਟ ਯੂਜ਼ ਕਰਦਾ, ਹੋਰ ਤੁਹਾਨੂੰ ਕੁਛ ਨਹੀਂ ਕਰਦੇ, ਨਾ ਹੀ ਉਹਨਾਂ ਪ੍ਰੀਮਤਾ ਵੀ ਪੈਸਾ ਬਾਹਰੋਂ ਆਇਆ ਤੇ ਬਾਹਰ ਦਾ ਹੀ ਹੈ। ਇੰਡੀਆ ਤੇ ਉਹਨਾਂ ਨੇ ਆਪ ਐਗਜ਼ੈਂਪਟ ਕੀਤਾ ਇੰਟਰਸਟ ਦੇ ਉੱਤੇ। ਤੀਜਾ FCNRE ਜਿਹੜਾ ਫੋਰਨ ਕਰੰਸੀ ਨੌਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਹੈ, ਉਹਦੇ ਵਿੱਚ ਤੇ ਆਉਂਦੇ ਹੀ ਡਾਲਰ ਹੈ ਤੇ ਜਾਂਦੇ ਵੀ ਡਾਲਰ ਨੇ, ਵਿਦਆਊਟ ਐਨੀ ਪਰਮਿਸ਼ਨ ਆਫ RBI ਉਹ ਰੀਪੈਟਰੀਏਟ ਹੋ ਸਕਦੇ। ਦੂਸਰਾ ਹੁੰਦਾ ਵੀ ਜੇ ਕੋਈ ਆਪਾਂ ਕੋਈ ਪ੍ਰੋਜੈਕਟ ਲਗਾਇਆ ਇੱਥੇ, ਨੌਨ ਰੈਜ਼ੀਡੈਂਟ ਨੇ ਇੱਥੇ ਪੈਸੇ ਭੇਜੇ ਨੇ,
ਕੋਈ ਵੱਡਾ ਪ੍ਰੋਜੈਕਟ ਆ ਗਿਆ ਆਰਬੀਆਈ ਤੋਂ ਪਰਮਿਸ਼ਨ ਵੀ ਲੈ ਲਈ ਉਹਨਾਂ ਨੇ। ਪਰਮਿਸ਼ਨ ਦੋ ਤਰ੍ਹਾਂ ਨਾਲ ਹੁੰਦੀ ਹੈ, ਇੱਕ ਰੀਪੈਟਰੀਏਬਲ ਬੇਸ, ਇੱਕ ਨਾਨ ਰੀਪੈਟਰੀਏਬਲ ਬੇਸ। ਵੀ ਇਹ ਜਿਹੜਾ ਮੈਂ ਪ੍ਰੋਜੈਕਟ ਲਾ ਰਿਹਾ ਵਾਂ, ਜਿੰਨੇ ਮੈਂ ਪੈਸੇ ਬਾਹਰੋਂ ਭੇਜ ਰਿਹਾ ਵਾਂ, ਇਹ ਪਲੱਸ ਜੇ ਅਗਰ ਮੈਨੂੰ ਕੋਈ ਉੱਥੇ ਪ੍ਰੋਸੀਡ ਆਉਂਦੀ ਹੈ ਮੈਂ ਵਾਪਸ ਲਿਜਾਣੇ ਨੇ। ਓਕੇ। ਤੇ ਉਹ ਉਸ ਬੇਸ ਦੇ ਵਿੱਚ ਉਹ ਆਰਬੀਆਈ ਨੂੰ ਇਨਫੋਰਮੇਸ਼ਨ ਦੇ ਕੇ ਆਪਣੇ ਪੈਸੇ ਉਧਰ ਥਰੂ ਬੈਂਕਿੰਗ ਚੈਨਲ ਲੈ ਜਾਂਦੇ ਨੇ। ਓ ਦੂਸਰਾ ਜਿਹੜਾ ਹੈਗਾ ਮੈਂ ਨਹੀਂ ਲਿਜਾਣੇ, ਉਹਦੀ ਤਾਂ ਪਰਮਿਸ਼ਨ ਵੀ ਜਲਦੀ ਮਿਲ ਜਾਂਦੀ ਕਿਉਂਕਿ ਪੈਸਾ ਵਾਪਸ ਜਾਣਾ ਹੀ ਨਹੀਂ, ਉਹ ਇੰਡੀਆ ਵਾਸਤੇ ਰਹਿ ਜਾਂਦਾ। ਇੱਥੇ ਜਿੰਨਾ ਮਰਜ਼ੀ ਬਿਜ਼ਨਸ ਕਰੀ ਜਾਵੇ ਉਸ ਪੈਸੇ ਦਾ, ਉਹ ਪੈਸਾ ਵੀ ਜਿਹੜਾ ਹੈਗਾ ਬੈਂਕਿੰਗ ਚੈਨਲ ਰਾਹੀਂ ਜਾ ਸਕਦਾ। ਓਕੇ। ਔਰ ਅਸੀਂ ਜਿਹੜੇ NRI ਨੂੰ ਇੱਕੋ ਹੀ ਗਾਈਡ ਕਰਦੇ ਹਾਂ ਜੀ। ਹੁਣ ਇੱਕ ਸੌਰੀ ਵੀ ਮੈਂ ਕੈਮਰੇ 'ਚ ਵਿੱਚ ਹੀ ਕਹਿ ਰਿਹਾ ਵਾਂ, ਇੱਕ ਰਿਵਾਜ਼ ਬਣ ਗਿਆ ਇੱਥੇ, ਟ੍ਰੈਡੀਸ਼ਨ ਹੈਗੀ ਹੈ ਵੀ ਸਰਕਲ ਰੇਟ ਗਵਰਨਮੈਂਟ ਨੇ ਫਿਕਸ ਕਰਤਾ ਲੈਂਡ ਦਾ। ਲੈਂਡ ਬਾਰੇ ਗੱਲ ਕਰ ਰਿਹਾ ਮੋਸਟਲੀ ਜੀ। ਉਹ ਕਹਿੰਦੇ ਜੀ 25% ਸਰਕਲ ਰੇਟ ਆ, ਰਜਿਸਟਰੀ ਇਸੇ ਤੋਂ ਨਹੀਂ, 75% ਵਿਚਾਰਿਆਂ ਨੂੰ ਕਈਆਂ ਨੂੰ ਉੱਦਾਂ ਮਿਲਦਾ। ਉਹ ਪ੍ਰੈਕਟਿਸ ਘਟਾਉਣੀ ਚਾਹੀਦੀ ਹੈ ਨਾ। ਜਿਹੜਾ ਨੌਨ ਰੈਜ਼ੀਡੈਂਟ ਕਹੋ ਜੀ ਮੈਂ ਤਾਂ ਪੂਰੇ ਨਾਲ ਰਜਿਸਟਰੀ ਕਰਾਉਣੀ ਹੈ, ਮੇਰਾ ਪੈਸਾ ਪੂਰਾ ਹੀ ਇੱਧਰ ਜਾਣਾ, ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਕਈ ਲੋਕ ਕੀ ਕਰਦੇ ਨੇ ਵੀ ਸੌਦਾ ਉੱਥੇ ਕਰ ਲੈਂਦੇ ਨੇ, ਪੈਸੇ ਉੱਥੇ ਲੈ ਲੈਂਦੇ ਨੇ, ਉਹ ਵੀ ਇਨਕੁਆਰੀ ਦੇ ਵਿੱਚ, ਕਿਉਂਕਿ ਉਸ ਸਮੇਂ ਤਾਂ ਸਾਡਾ ਪੈਸਾ ਆ ਗਿਆ ਜੀ, ਹੈ ਨਾ। ਪਰ ਤੁਸੀਂ ਇਹ ਸਮਝ ਲਓ ਵੀ ਜਿਹੜੀ ਰਜਿਸਟਰਾਰ ਦੇ ਕੋਲ ਰਜਿਸਟਰੀ ਹੋਣੀ ਹੈ ਉਹਦੇ ਦੋ ਚੀਜ਼ਾਂ ਲਿਖੀਆਂ ਹੁੰਦੀਆਂ ਨੇ। ਇੱਕ ਤਾਂ ਮੈਂ ਟੈਕਸ ਕੱਟ ਲਿਆ ਨੌਨ ਰੈਜ਼ੀਡੈਂਟ ਦਾ, ਹਾਂਜੀ, ਇੱਕ ਮੈਂ ਇਹਦੇ ਕੋਲੋਂ ਐਸ ਚੈੱਕ ਰਾਹੀਂ, ਐਸ RTGS ਰਾਹੀਂ ਪੈਸੇ ਲੈ ਲਏ, ਜਾਂ ਮੈਂ ਪੈਸੇ ਘਰ ਪਹਿਲਾਂ ਹੀ ਲੈ ਲਏ, ਇੱਦਾਂ ਲਫ਼ਜ਼ ਹੁੰਦੇ ਨਾ। ਬਿਲਕੁਲ ਸਰ। ਦੈਟ ਮੀਨ ਉਹ ਪੈਸੇ ਤੁਸੀਂ ਲਏ ਨਹੀਂ, ਉਹਨੂੰ ਫਿਰ ਕੰਸੀਡਰ ਕੀਤਾ ਜਾਂਦਾ ਪੈਸੇ ਹਵਾਲੇ ਰਾਹੀਂ ਉਧਰ ਗਏ ਨੇ, ਫਿਜ਼ੀਕਲੀ ਤੇ ਪੈਸਾ ਪਾਸ ਨਹੀਂ ਹੋਇਆ। ਫਿਰ ਇਸ ਢੰਗ ਨਾਲ ਜਿਹੜੇ ਪੈਸੇ ਉੱਧਰ ਲਿਜਾਣ ਦੇ ਅਸੀਂ ਗੱਲ ਕਰਦੇ ਹਾਂ, ਉਹਨੂੰ ਮਤਲਬ ਨਹੀਂ ਕਰਨਾ ਚਾਹੀਦਾ। ਅਸੀਂ ਈਜ਼ੀਐਸਟ ਵੇ ਤਾਂ ਲੱਭ ਲਿਆ, ਕੋਈ ਰਜਿਸਟਰੀ ਹੋ ਗਈ, ਅਟਾਰਨੀ ਭੇਜਤੀ, ਪੈਸੇ ਮੇਰੇ ਘਰ ਆ ਗਏ, ਪਰ ਉਹਦਾ ਕੌਨਸੀਕੁਐਂਸਸ ਕੀ ਨੇ ਉਹ ਹਰ ਇੱਕ ਬੰਦੇ ਨੂੰ ਸਮਝਣਾ ਚਾਹੀਦਾ। ਕਿਉਂਕਿ ਮੇਰੇ ਕੋਲ ਸਾਡੇ ਕੋਲ ਕਈ ਕੇਸ ਆਉਂਦੇ ਨੇ, ਪੈਸੇ ਪਹਿਲਾਂ ਹੀ ਲੈ ਲਏ ਜੀ, ਠੀਕ ਹੈ ਪਹਿਲਾਂ ਲੈ ਲਏ, ਉਹ ਕਹਿੰਦੇ ਕਿੱਥੋਂ ਦਿੱਤੇ ਸੀ, ਜਦੋਂ ਇਨਕਮ ਟੈਕਸ ਨੇ ਇਨਕੁਆਇਰੀ ਕਰਨੀ ਹੈ ਕਦੋਂ ਦਿੱਤੇ ਸੀ, ਸੋਰਸ ਦੱਸੋ ਕਿੱਥੋਂ ਦਿੱਤੇ ਸੀ, ਤੁਹਾਡੇ ਕੋਲ ਸੋਰਸ ਹੀ ਹੈ ਨਹੀਂ, that can be taken as a money transfer through ਹਵਾਲਾ। ਓਕੇ, ਮਤਲਬ ਇਹ ਸਾਰੀ ਚੀਜ਼ਾਂ ਕੰਸੀਡਰ ਕਰਨੀਆਂ ਪੈਣਗੀਆਂ। ਹਾਂ, ਉਹ ਵੀ ਮਨੀ ਟ੍ਰਾਂਸਫਰ ਹੋ ਗਈ ਨਾ, ਪਰ ਉਹ ਦੈਟ ਇਜ਼ ਨਾਟ ਅ ਲੀਗਲ ਵੇ ਆਫ ਟ੍ਰਾਂਸਫਰ। ਅਸੀਂ ਇਹ ਕੰਸੀਡਰ, ਬੰਦਾ ਕੰਸੀਡਰ ਕਰਦਾ ਜੀ ਮੈਂ ਤਾਂ ਜਗ੍ਹਾ ਵੇਚੀ ਹੈ ਨਾ, ਉਹ ਤਾਂ ਕਹਿੰਦਾ ਮੈਂ ਜਗ੍ਹਾ ਵੇਚੀ, ਮੈਂ ਪੈਸੇ ਲਏ, ਪਰ ਤੁਸੀਂ ਜਗ੍ਹਾ ਵੇਚ ਦਿੱਤੀ, ਠੀਕ ਹੈ, ਪਰ ਤੁਸੀਂ ਚੈਨਲ 'ਚ ਆ ਕੇ ਪੈਸੇ ਨਹੀਂ ਲਏ, ਰਜਿਸਟਰਾਰ ਦੇ ਸਾਹਮਣੇ ਪੈਸੇ ਨਹੀਂ ਲਏ, ਕੋਈ ਐਵੀਡੈਂਸ ਨਹੀਂ ਹੈ, ਨਾ ਹੀ ਤੁਹਾਡੇ ਕੋਲ ਉਸ ਵੇਲੇ ਖਰੀਦਣ ਵਾਲੇ ਕੋਲ ਸੋਰਸ ਸੀਗਾ। ਜੀ ਬਿਲਕੁਲ ਸਹੀ ਹੈ ਨਾ। ਉਹ ਦੋਨੋਂ ਨੌਨ ਰੈਜ਼ੀਡੈਂਟ ਉੱਥੇ ਹੀ ਲੈ ਲਿਆ ਜੀ ਪੈਸਾ, ਨਾ ਹੀ ਖਰੀਦਣ ਵਾਲੇ ਕੋਲ ਸੋਰਸ ਸੀ, ਨਾ ਹੀ ਵੇਚਣ ਵਾਲੇ ਦੇ ਅਕਾਊਂਟ 'ਚ ਗਏ ਜਿਹੜਾ ਇੰਡੀਆ 'ਚ। ਕਿੱਥੋਂ ਪ੍ਰੂਵ ਕਰੋਗੇ? ਦੈਟ ਮੀਨ ਉਹ ਹਵਾ 'ਚ ਸ਼ੈਲ ਐਂਟਰੀ ਹੋ ਗਈ। ਤੇ ਉਹਦਾ ਪ੍ਰਜ਼ਿਊਮ ਇਹੀ ਕੀਤਾ ਜਾਂਦਾ ਇਹ ਦਿਸ ਟ੍ਰਾਂਜੈਕਸ਼ਨ ਹੈਜ਼ ਬੀਨ ਇਫੈਕਟਡ ਥਰੂ ਹਵਾਲਾ। ਤੇ ਉਹ ਸਾਡੇ ਵੀਰ ਜਿਹੜੇ ਇਦਾਂ ਕਰਦੇ ਨੇ ਉਹ ਕਿਸੇ ਵੇਲੇ ਵੀ ਪ੍ਰੋਬਲਮ ਚ ਆ ਸਕਦੇ ਨੇ। ਸੋ ਇਹਦੇ 'ਚ ਸਰ ਇੱਕ ਚੀਜ਼ ਹੈ ਕਿ ਫਸਟ ਟਾਈਮਰਸ ਵੀ ਹੁੰਦੇ ਨੇ, ਕਿਉਂਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਸਟੂਡੈਂਟਸ ਵੀ ਜਾਂਦੇ ਨੇ, PR ਵੀ ਹੁੰਦੇ ਨੇ, ਪੇਰੈਂਟਸ ਵੀ ਜਾਂਦੇ ਨੇ। ਕਈ ਵਾਰ ਪੇਰੈਂਟਸ ਨੂੰ ਇੱਥੋਂ ਪੈਸੇ ਭੇਜਣੇ ਹੁੰਦੇ ਨੇ ਆਪਣੇ ਉੱਥੇ ਸਟੂਡੈਂਟਸ ਨੂੰ, ਬੱਚਿਆਂ ਨੂੰ, ਜਾਂ ਹੋਰ ਵੀ ਕਈ ਥਾਵਾਂ 'ਤੇ। ਜਦੋਂ ਫਸਟ ਟਾਈਮਰਸ ਹੁੰਦੇ ਨੇ, ਜਿਹੜਾ PR ਜਾਂਦਾ, ਫਸਟ ਟਾਈਮ ਕੋਈ ਖਾਸ ਇਹਤਿਆਤ ਵਰਤਣੀ ਪੈਂਦੀ ਹੈ ਜਾਂ ਇਟਸ ਅ ਰੂਟੀਨ ਵਰਕ? ਸੰਜੀਵ ਜੀ, ਫਸਟ ਟਾਈਮ ਐਂਡ ਬਾਅਦ 'ਚ ਜਾਣਾ ਕੋਈ ਪ੍ਰੋਬਲਮ ਨਹੀਂ ਹੈ। ਅਗਰ ਪਹਿਲੀ ਵਾਰੀ ਤੁਸੀਂ ਉੱਥੇ ਕ੍ਰਾਸ ਬਾਰਡਰ ਕਰਨ ਲੱਗੇ ਔਨ ਬੇਸ ਆਫ PR ਐਂਡ ਯੂ ਲੈਂਡ ਕਰਨਾ ਐਜ਼ ਇਮੀਗ੍ਰੈਂਟ, ਤੁਹਾਡੇ ਕੋਲ ਜੋ ਇੱਥੇ ਐਸੈਟ ਹੈਗੇ ਨੇ ਤੁਸੀਂ ਲਿਜਾ ਸਕਦੇ ਹੋ ਐਂਡ ਡਿਕਲੇਅਰ ਕਰੋ, ਏਅਰਪੋਰਟ 'ਤੇ ਜਾ ਕੇ ਡਿਕਲੇਅਰ ਕਰੋ। ਇੱਕ ਤਾਂ ਹੈਗਾ ਜਿੱਦਾਂ ਹੁਣ ਜੇ ਤੁਸੀਂ ਟੂਰਿਸਟ ਜਾ ਰਹੇ ਹੋ ਤਾਂ $3,000 ਤੋਂ ਵੱਧ ਡਾਲਰ ਤੁਸੀਂ ਪਰ ਪਾਸਪੋਰਟ ਨਹੀਂ ਲੈ ਸਕਦੇ। ਤੇ ਆਮ ਪ੍ਰਜ਼ੰਪਸ਼ਨ ਬਣੀ 10,000 ਤੱਕ ਕੋਈ ਤੁਹਾਨੂੰ ਪੁੱਛਦਾ ਨਹੀਂ ਹੈਗਾ, ਲੋਕ 9,000 ਲੈ ਜਾਂਦੇ ਨੇ ਜੇਬ 'ਚ ਪਾ ਕੇ ਵੀ ਉਹ ਵਾਲਾ, ਪਰ ਉੱਥੇ ਜਾ ਕੇ ਕੰਮ ਨਹੀਂ ਆਉਂਦੇ। ਯੂ ਕਾਂਟ ਡਿਪੋਜ਼ਿਟ ਇਨ ਦੇਅਰ ਅਕਾਊਂਟ, ਆਪਣੇ ਅਕਾਊਂਟ ਨਹੀਂ ਕਰਾ ਸਕਦੇ। ਤੁਸੀਂ ਕੀ ਕਰੋ ਵੀ ਇੱਥੋਂ ਪੈਸਾ ਬੈਂਕ ਤੋਂ ਲਵੋ, ਜਾਂ ਤਾਂ ਬੈਂਕ ਹੁੰਦਾ ਕਿ ਇਹ ਨਵੇਂ PR ਦਾ ਉੱਥੇ ਅਕਾਊਂਟ ਨਹੀਂ ਖੁੱਲ੍ਹਿਆ ਹੁੰਦਾ ਹੈ ਨਾ, ਅਜੇ ਤਾਂ ਇੱਥੇ ਜਾਏਗਾ ਤਾਂ ਅਕਾਊਂਟ ਖੋਲ੍ਹੇਗਾ, ਡਾਕੂਮੈਂਟ ਬਣਨਗੇ, ਹੁਣ PR ਕਾਰਡ ਮਿਲੇਗਾ, SIN ਕਾਰਡ ਮਿਲੇਗਾ, ਤਾਂ ਹੀ ਉੱਥੇ ਬੈਂਕ ਅਕਾਊਂਟ ਖੁੱਲ੍ਹੇਗਾ ਨਾ, ਕਿਹਦੇ 'ਚ ਜਮ੍ਹਾਂ ਕਰਾਵੇ। ਐਗਜ਼ੈਕਟਲੀ। ਉਹਨਾਂ ਹਾਲਾਤਾਂ ਦੇ ਵਿੱਚ ਦੋ ਚੀਜ਼ਾਂ ਹੈਗੀਆਂ ਨੇ, ਬੈਂਕ ਦੇ ਕੋਲੋਂ ਆਪਣੇ ਪੈਸੇ ਵਾਈਟ ਦੇ ਕੇ ਉਹਨਾਂ ਕੋਲੋਂ ਤੁਸੀਂ ਜਾਂ ਤਾਂ ਟਰੈਵਲਰ ਚੈੱਕ ਲੈ ਲਓ, ਜਾਂ ਉਹਨਾਂ ਕੋਲੋਂ ਡਰਾਫਟ ਲੈ ਜਾਓ, ਅਗਰ ਉਹਨਾਂ ਦੀਆਂ ਬ੍ਰਾਂਚਸ ਉੱਥੇ ਕੋਈ ਹੈਗੀਆਂ ਨੇ ਪੇਬਲ, ਇੰਟਰ ਬ੍ਰਾਂਚਸ ਟ੍ਰਾਂਜੈਕਸ਼ਨ ਹੁੰਦੀਆਂ ਨੇ। ਹਾਂਜੀ, ਦੋ ਚੀਜ਼ਾਂ 'ਤੇ ਲੈ ਸਕਦੇ, ਉਹ ਆਪਣੇ ਲੈ ਲਓ, ਨਾਲ ਡਿਕਲੇਅਰ ਕਰੋ ਆਪਣੇ ਏਅਰਪੋਰਟ 'ਤੇ ਇੱਥੇ
ਕਰੰਸੀ ਡੈਕਲੇਰੇਸ਼ਨ ਫਾਰਮ ਨਾਲ ਲੈ ਜਾਓ। ਇੱਕ ਉੱਥੇ ਲੈਂਡ ਕਰਨ ਲੱਗਿਆ ਡਿਕਲੇਅਰ ਕਰ ਦਿਓ ਜੀ, ਇਹ ਮੈਂ ਪੈਸਾ ਲੈ ਕੇ ਆਇਆ। ਉਹ ਭਾਵੇਂ ਵਿਦਆਊਟ ਲਿਮਟ ਹੈ, ਜਿੰਨਾ ਤੁਹਾਡੇ ਕੋਲ ਇਸੇ ਪੈਸਾ ਪਿਆ ਲਿਜਾ ਸਕਦੇ ਹੋ ਤੁਸੀਂ, ਉੱਥੇ ਕੋਈ ਬੰਦਿਸ਼ ਨਹੀਂ ਹੈਗੀ। ਪਰ ਯੂ ਹੈਵ ਟੂ ਡਿਕਲੇਅਰ ਔਨ 에ਅਰਪੋਰਟ। ਉੱਥੇ ਜਦੋਂ ਲੈਂਡ ਕਰੋਗੇ 에ਅਰਪੋਰਟ 'ਤੇ ਜੋ ਡਿਕਲੇਅਰ ਕਰੋਗੇ ਤੁਹਾਨੂੰ ਇੱਕ ਡੈਕਲੇਰੇਸ਼ਨ ਫਾਰਮ ਦੇ ਦਿੰਦੇ ਨੇ। ਉਹ ਫਾਰਮ ਤੁਸੀਂ ਬੈਂਕ ਨੂੰ ਦੇਣਾ ਜਾ ਕੇ, ਜਿੱਥੇ ਜਮ੍ਹਾਂ ਕਰਾਣੇ ਨੇ, ਓਕੇ। ਤੇ ਬੈਂਕ ਤੁਹਾਡੇ ਤੋਂ ਕੋਈ ਕੁਐਸਚਨ ਨਹੀਂ ਕਰੇਗਾ। ਇਟ ਮੀਨਸ ਆਹ ਰਸਤਾ ਹੈ ਕਿ ਜਦੋਂ ਪੇਰੈਂਟਸ ਭੇਜਣਾ ਚਾਹਣ ਹਾਂ, ਉਹ ਇਸ ਰਸਤੇ ਭੇਜ ਸਕਦੇ ਨੇ। ਪੇਰੈਂਟਸ ਦਾ ਤਾਂ ਦੇਖੋ ਇੱਥੇ ਬੈਠੇ ਨੇ ਨਾ ਪੇਰੈਂਟਸ। ਬਿਲਕੁਲ ਸਹੀ ਹੈ। ਪੇਰੈਂਟਸ ਜਿੱਦਾਂ ਅਸੀਂ ਪਹਿਲਾਂ ਗੱਲ ਕਰਦੇ ਪਏ ਹਾਂ ਵੀ ਬਾਅਦ 'ਚ ਵੀ ਭੇਜ ਸਕਦੇ ਨੇ। ਯਾ 7 ਲੱਖ ਤੱਕ ਦਾ ਤੁਹਾਨੂੰ TCS ਨਹੀਂ ਪੈਣਾ, ਹਰ ਸਾਲ 7 ਲੱਖ ਭੇਜ ਦਿਓ। ਅਗਰ ਵੱਧ TCS ਪੈ ਵੀ ਜਾਂਦਾ, ਤੁਸੀਂ 7 ਦਾ 10 ਜਾਂ 20 ਵੀ ਭੇਜਣਾ ਚਾਹੁੰਦੇ ਹੋ ਇੱਥੋਂ, ਪਰ ਉਹਦੇ 'ਚ ਕੀ TCS ਹੈ ਨਾ। TCS ਤੁਹਾਡੇ ਜਿਹੜੇ ਪੇਰੈਂਟਸ ਇੱਥੇ ਇੰਡੀਅਨ ਰੈਜ਼ੀਡੈਂਟ ਨੇ, ਉਹ ਇੰਡੀਅਨ ਰਿਟਰਨ ਭਰਦੇ ਪਏ ਨੇ, ਉਹਨਾਂ ਦਾ ਕੋਈ ਵੀ ਸੋਰਸ ਹੈਗਾ, ਉਹਦੇ ਵਿੱਚ ਉਹ TCS ਐਡਜਸਟ ਹੋ ਜਾਣਾ। ਇਹ ਹੈਗਾ ਵੀ ਅੱਜ ਮੈਂ 10 ਲੱਖ ਭੇਜਣਾ ਤੇ 5% ਮੇਰੇ ਕੋਲ ਬੈਂਕ ਨੇ ਵੱਧ ਲੈ ਲਿਆ। ਮੈਂ ਕਰਾਂ ਜੀ ਮੇਰੇ 10 ਲੱਖ ਦੀ ਮੇਰੇ ਬੇਟੇ ਨੂੰ ਰੈਮਿਟੈਂਸ ਭੇਜ ਦਿਓ ਮੇਰੇ ਅਕਾਊਂਟ 'ਚੋਂ, ਉਹਨਾਂ ਨੇ 50,000 ਰੁਪਏ ਨਾਲ ਹੋਰ ਲੈ ਲੈਣਾ। ਉਹਦਾ ਤਾਂ ਉਹਨੂੰ ਸਰਟੀਫਿਕੇਟ ਦੇ ਦੇਣਾ ਫਾਰਮ 16, ਜਾਂ ਅੱਜ ਕੱਲ੍ਹ ਤਾਂ ਸਿਸਟਮ ਹੀ ਆਨਲਾਈਨ ਹੈਗਾ। ਉਹ 50,000 ਰੁਪਇਆ ਤੁਹਾਡੇ 26 AS ਦੇ ਵਿੱਚ ਰਿਫਲੈਕਟ ਹੋ ਜਾਣਾ। ਤੇ ਜਦੋਂ ਤੁਸੀਂ ਰਿਟਰਨ ਫਾਈਲ ਕਰਨੀ, ਉਹ ਟੈਕਸ ਤੁਹਾਡਾ ਐਡਜਸਟ ਹੋ ਜਾਂਦਾ। ਸ਼ੋਰ ਇੱਥੋਂ ਦੇ ਜਿਹੜੇ ਇੱਥੋਂ ਦੇ ਪੇਰੈਂਟਸ ਨੇ, ਇੰਡੀਅਨ ਰੈਜ਼ੀਡੈਂਟ ਪੇਰੈਂਟਸ ਬੱਚਿਆਂ ਦੇ ਹੈਗੇ, ਉਹਨਾਂ ਨੂੰ ਤਾਂ ਬਹੁਤਾ ਸੋਚਣਾ ਹੀ ਨਹੀਂ ਚਾਹੀਦਾ। ਪੈਸੇ ਤਾਂ ਜਾਣਾ ਹੀ ਹੈ ਨਾ। ਅਸੀਂ ਗਲਤ ਕੰਮ ਕਰਨ ਵਾਸਤੇ ਇਨਕਰੇਜ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ। ਲੀਗਲ ਚੈਨਲ ਤੁਹਾਨੂੰ ਗਵਰਨਮੈਂਟ ਨੇ ਦਿਓ, ਪਤਾ ਵੀ 7-10 ਲੱਖ ਰੁਪਈਆ ਜਿਹੜਾ ਹੈਗਾ ਇੰਨਾ ਕੁ ਚਾਹੀਦਾ ਹੁੰਦਾ, ਲੈ ਜਾਂਦੇ ਨੇ, ਦੇ ਦਿੰਦੇ ਨੇ ਉਹ। ਤੇ ਉਹ ਇਸ ਚੈਨਲ ਰਾਹੀਂ ਉਹਨਾਂ ਨੂੰ ਜਾਣਾ ਚਾਹੀਦਾ, ਨਾ ਕਿ ਓਕੇ। ਇੱਕ ਤਾਂ ਤੁਸੀਂ TCS ਨੂੰ ਇਲੈਬੋਰੇਟ ਕਰੋ ਕਿ TCS ਕੀ ਚੀਜ਼ ਹੈ, ਔਰ ਦੂਜਾ ਇਹਦੇ ਵਿੱਚ ਜਿਹੜੀ ਮਨੀ ਟ੍ਰਾਂਸਫਰ ਕਰਨੀ ਹੈ ਕੋਈ ਲਿਮਿਟੇਸ਼ਨ ਵੀ ਹੈ? ਗਵਰਨਮੈਂਟ ਕਿੱਦਾਂ ਇਹਦੇ ਉੱਤੇ ਇੱਕ ਅੱਖ ਰੱਖਦੀ, ਨਜ਼ਰ ਰੱਖਦੀ ਹੈ, ਪਾਬੰਦੀ ਰੱਖਦੀ ਹੈ? ਇੱਕ ਤਾਂ ਜਿਹੜਾ TCS ਉਹਨੂੰ ਕਹਿੰਦਾ ਜੀ ਟੈਕਸ ਕੋਲੈਕਟਡ ਐਟ ਸੋਰਸ ਜੀ। ਦੋ ਤਰ੍ਹਾਂ ਦੇ ਸਾਡੇ ਜਿਹੜੇ ਨਾ ਟੈਕਸ ਰੈਵਨਿਊ ਨੂੰ ਸਿਕਿਉਰ ਕਰਨ ਵਾਸਤੇ ਗਵਰਨਮੈਂਟ ਨੇ ਮੋਡ ਆਫ ਟੈਕਸਸ ਰੱਖੇ ਨੇ। ਇੱਕ ਤਾਂ ਜਨਰਲ ਹੈ ਨਾ ਜੀ, ਮੈਂ ਆਪਣਾ ਐਡਵਾਂਸ ਟੈਕਸ ਜਮ੍ਹਾਂ ਕਰਾਉਣਾ ਵਾ, ਮੈਂ ਆਪਣਾ ਸੈਲਫ ਅਸੈਸਮੈਂਟ ਟੈਕਸ ਜਮ੍ਹਾਂ ਕਰਾਉਣਾ ਵਾ ਆਪਣੇ ਕੋਲੋਂ। ਇੱਕ ਹੈਗਾ ਜਿਹੜਾ ਕੋਈ ਬੰਦਾ ਮੈਨੂੰ ਪੇਮੈਂਟ ਦੇ ਰਿਹਾ, ਜਿੱਦਾਂ ਇੱਥੇ ਆਪਾਂ ਮੇਰੇ ਬੈਂਕ ਦੇ ਵਿੱਚ ਡਿਪੋਜ਼ਿਟਸ ਪਏ ਨੇ, ਤੇ ਮੈਨੂੰ ਉਹਨੇ ਅਗਰ 40,000 ਤੋਂ ਵੱਧ ਵਿਆਜ ਦੇਣਾ ਤੇ ਮੇਰੇ ਕੋਲ ਉਹਨਾਂ ਨੇ 10% TDS ਕੱਟ ਲੈਣਾ। ਉਹ ਹੈਗਾ ਕੱਟਿਆ ਐਟ ਸੋਰਸ। 40 ਦੇ ਵਿੱਚੋਂ 4,000 ਕੱਟ ਕੇ ਮੈਨੂੰ ਉਹਨਾਂ 36 ਦੇਣਾ। ਯਾ ਕੋਈ ਪ੍ਰੋਫੈਸ਼ਨਲ ਹੈਗਾ, ਅਗਰ ਉਹ ਲੱਖ ਰੁਪਈਆ ਉਹਨੂੰ ਉਹਦਾ ਪ੍ਰਿੰਸੀਪਲ ਪ੍ਰੋਫੈਸ਼ਨਲ ਫੀਸ ਦੇ ਰਿਹਾ, 10% ਉੱਤੇ ਵੀ ਕੱਟ ਲੈਣਾ, ਉਹਨੂੰ 90 ਦੇਣਾ। ਇਹ ਹੈਗਾ TDS ਟੈਕਸ ਡਿਡਕਟਡ ਐਟ ਸੋਰਸ। ਦੂਜਾ ਹੈਗਾ TCS ਹੈ ਕਿ ਟੈਕਸ ਕੋਲੈਕਟਡ ਐਟ ਸੋਰਸ। ਹੁਣ ਕਲੈਕਟਡ ਐਟ ਸੋਰਸ ਦੀਆਂ ਬੜੀਆਂ ਵੱਡੀਆਂ ਲਿਸਟ ਹੈਗੀ ਹੈ। ਜਿਹੜੇ ਵੱਡੇ ਵੱਡੇ ਬਿਜ਼ਨਸ ਨੇ, ਜਿਵੇਂ ਲੀਕਰ ਬਿਜ਼ਨਸ ਹੋ ਗਿਆ, ਫੋਰੈਸਟ ਬਿਜ਼ਨਸ ਹੋ ਗਿਆ, ਉਹਨਾਂ ਦੇ ਵਿੱਚ 1% ਉਹਨਾਂ ਨੇ ਲਗਾਇਆ ਹੋਇਆ, ਕਿਉਂਕਿ ਇਹ ਲੋਕ ਕੀ ਕਰਦੇ ਸੀ, ਪਰਚੇਜ਼ ਕਰਕੇ ਮੁੜ ਕੇ ਰਿਟਰਨ ਨਹੀਂ ਭਰਦੇ ਕਈ। ਹੁਣ ਉਹ ਜਦੋਂ TCS ਆਉਂਦਾ ਉਹਦਾ ਪੈਨ ਵੀ ਆ ਜਾਂਦਾ ਨਾਲ। ਮੈਂ ਪੈਸੇ ਬਾਹਰ ਭੇਜਣਾ ਆਪਣੇ ਬੱਚੇ ਨੂੰ, ਮੇਰੀ ਜਿਹੜੀ ਪੈਸੇ ਭੇਜੇ ਦੀ ਇਨਫੋਰਮੇਸ਼ਨ ਹੈ ਬੈਂਕ ਨੇ ਅਪਲੋਡ ਕਰਨੀ ਹੈ ਸੈਂਟਰਲ ਪ੍ਰੋਸੈਸਿੰਗ ਸੈਂਟਰ ਨੂੰ, ਦਿੱਲੀ ਗਵਰਨਮੈਂਟ ਨੂੰ, ਇਨਕਮ ਟੈਕਸ ਦਾ ਫਾਈਨੈਂਸ਼ੀਅਲ ਜਿਹੜਾ ਸੈਂਟਰ ਹੈ, ਮੇਰਾ ਉੱਤੇ ਪੈਨ ਹੋਏਗਾ ਜੀ। ਹਰ ਪਾਸਿਓਂ ਬੈਂਕ ਨੇ ਕਰਨੀ। ਉਹ ਸਾਰੀਆਂ ਇਨਫੋਰਮੇਸ਼ਨ ਨੂੰ ਇੱਕ ਕੰਪਿਊਟਰਾਈਜ਼ਡ ਕਰਕੇ, ਉਹਨਾਂ ਨੂੰ ਟੈਬੂਲੇਟ ਕਰਕੇ, ਉਹ ਫਿਰ ਏਰੀਆ ਵਾਈਜ਼ ਫਾਰਵਰਡ ਕਰਦੇ ਨੇ, ਕਮਿਸ਼ਨਰ ਵਾਈਜ਼। ਫਿਰ ਤੁਹਾਡਾ ਜਿਹੜਾ ਹੈਗਾ 26 AS ਫਾਰਮ, ਅੱਜ ਕੱਲ੍ਹ ਇੱਕ AIS ਹੈਗਾ, ਐਨੂਅਲ ਇਨਫੋਰਮੇਸ਼ਨ ਸਟੇਟਮੈਂਟ, ਤੁਸੀਂ ਉੱਥੋਂ ਨਿਕਾਲ ਸਕਦੇ ਹੋ ਆਪਣੇ ਲੌਗਇਨ ਕਰਕੇ। ਉਹਦੇ ਵਿੱਚ ਤੁਹਾਡੀ ਇੱਕ ਇਨਫੋਰਮੇਸ਼ਨ ਜਿਹੜੀ ਤੁਸੀਂ ਟ੍ਰਾਂਜੈਕਸ਼ਨ ਕੀਤੀਆਂ ਨੇ ਔਨ ਦਾ ਬੇਸ ਆਫ ਪੈਨ ਤੇ ਹੀ ਕਰੋਗੇ ਨਾ। ਐਗਜ਼ੈਕਟਲੀ, ਕਿਉਂਕਿ ਹਰ ਜਗ੍ਹਾ ਪੈਨ ਲੈਂਦੇ ਨੇ ਤੁਹਾਡੇ ਕੋਲੋਂ। ਤੁਸੀਂ ਕੋਈ ਆਪਣੇ ਇੱਥੇ ਸ਼ੇਅਰ ਸੇਲ ਕੀਤੇ ਨੇ, ਕੋਈ ਮਿਊਚੁਅਲ ਫੰਡ ਸੇਲ ਕੀਤੇ ਨੇ, ਕੋਈ ਪ੍ਰਾਪਰਟੀ ਵੱਡੀ ਸੇਲ ਕੀਤੀ ਹੈ, ਕੋਈ ਤੁਸੀਂ ਕਿਸੇ ਕੋਲੋਂ ਪ੍ਰੋਫੈਸ਼ਨ ਲਿੱਤੀ, ਤੁਹਾਨੂੰ ਬਿਜ਼ਨਸ ਰਸੀਟ ਆ ਰਹੀਆਂ ਨੇ, ਸਾਰੀਆਂ ਦੀਆਂ ਸਾਰੀਆਂ ਐਨੂਅਲ ਇਨਫੋਰਮੇਸ਼ਨ ਸਟੇਟਮੈਂਟ ਦੇ ਵਿੱਚ ਆ ਜਾਂਦੀਆਂ ਨੇ। ਮਹਿਕਮੇ ਕੋਲ ਇੱਕ ਖਬਰ ਇਨਫੋਰਮੇਟਿਵ ਏਜੰਸੀ ਉਹਨਾਂ ਲਾਤੀਆਂ ਨੇ ਵੀ ਜਿਹੜਾ ਬੰਦਾ ਇਹ ਕੰਮ ਕਰਵਾ ਰਿਹਾ ਉਹ ਮਹਿਕਮੇ ਨੂੰ ਇਨਫੋਰਮੇਸ਼ਨ ਭੇਜੇਗਾ। ਇੱਕ ਤੇ ਤੁਹਾਡੀ ਰਿਟਰਨ ਹੁੰਦੀ ਹੈ ਨਾ ITR, ਇਨਕਮ ਟੈਕਸ ਰਿਟਰਨ, ਹੁੰਦੀ AIR, ਐਨੂਅਲ ਇਨਫੋਰਮੇਸ਼ਨ ਰਿਟਰਨ। ਉਹ ਜਿਹੜੀਆਂ ਅਥਾਰਟੀਜ਼ ਹੈਗੀਆਂ, ਜਿੱਦਾਂ ਰਜਿਸਟਰਾਰ ਹੈਗਾ, ਜਿੱਥੇ ਰਜਿਸਟਰੀ ਕਰਾਉਂਦੇ ਹੋ ਤੁਸੀਂ ਜਾ ਕੇ, ਉਹ ਵੀ ਲਾਇਬਲ ਹੈ ਆਪਣੀ ਐਨੂਅਲ ਇਨਫੋਰਮੇਸ਼ਨ ਰਿਟਰਨ ਫਾਈਲ ਕਰੇ ਡਿਪਾਰਟਮੈਂਟ ਨੂੰ। ਉਹ ਡਿਪਾਰਟਮੈਂਟ ਉੱਥੋਂ ਸਾਰਾ ਪਤਾ ਲੱਗ ਜਾਂਦਾ। ਓਕੇ। ਪਹਿਲਾਂ ਡਿਪਾਰਟਮੈਂਟ ਇੰਸਪੈਕਟਰ ਡਿਪਿਊਟ ਕਰਕੇ ਆਪਣੇ ਹਰ ਰਜਿਸਟਰ ਆਫਿਸ ਦੇ ਵਿੱਚੋਂ ਰਜਿਸਟਰ ਚੈੱਕ ਕਰਕੇ ਉੱਥੋਂ ਪਾਰਟੀਕੂਲਰਸ ਲਿਆਉਂਦੇ ਸੀ ਤੇ ਨੋਟਿਸ ਭੇਜਦੇ ਸੀ। ਹੁਣ ਉਹ ਨਹੀਂ ਆ। ਹੁਣ ਰਜਿਸਟਰਾਰ ਨੇ ਨੋਟੀਫਿਕੇਸ਼ਨ ਦੇਤੀ ਇਹਨਾਂ ਨੇ ਵੀ 30 ਲੱਖ ਤੋਂ ਉੱਪਰ ਜਿਹੜੀ ਕੋਈ ਰਜਿਸਟਰੀ ਹੁੰਦੀ ਹੈ, ਰਜਿਸਟਰ ਹੈਜ਼ ਟੂ ਫਾਈਲ AIR।
ਇੱਦਾਂ ਹੀ ਮਿਊਚੁਅਲ ਫੰਡ ਵਾਲੀਆਂ ਨੇ, ਇੱਦਾਂ ਹੀ ਬੈਂਕਸ ਵਾਲੇ ਨੇ, ਹਾਈ ਟ੍ਰਾਂਜੈਕਸ਼ਨ ਵੈਲਿਊ ਟ੍ਰਾਂਜੈਕਸ਼ਨ ਨੇ, ਸਾਰਿਆਂ ਨੂੰ ਇੱਕ ਇਨਫੋਰਮੇਟਿਵ ਏਜੰਸੀ ਲਗਾਤਾ। ਇੱਕ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੇ SFT, ਸਪੋਜ਼ ਮੈਂ ਕਿਸੇ ਕੋਲੋਂ 2 ਲੱਖ ਤੋਂ ਵੱਧ ਲੈ ਲਿਆ ਪੈਸਾ ਕੈਸ਼, ਤੇ ਮੈਂ SFT ਫਾਈਲ ਕਰਨੀ, ਉਹ ਵੀ ਉਹਦੇ 'ਚ ਆ ਜਾਂਦੀ ਹੈ। ਓਕੇ। ਇਸ ਕਰਕੇ ਇਹ ਜਿਹੜਾ ਨੈੱਟ ਬਣਿਆ ਨਾ ਸਾਰਾ, ਇਹ ਗਵਰਨਮੈਂਟ ਨੇ ਇੱਕ ਨੈੱਟ ਪੂਰਾ ਬਣਾ ਲਿਆ, ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਤੁਹਾਡੀ ਟ੍ਰਾਂਜੈਕਸ਼ਨ ਦੀ ਜਾ ਰਹੀ ਹੈ। ਸੋ ਇਹਦੇ 'ਚ ਛਾਬੜਾ ਸਾਹਿਬ ਕੋਈ ਲਿਮਿਟ ਵੀ ਹੈ ਕਿ ਸਿਰਫ ਇੰਨੀ ਹੀ ਲਿਮਿਟ ਤੱਕ ਟ੍ਰਾਂਜੈਕਸ਼ਨਸ ਹੋ ਸਕਦੀਆਂ ਨੇ, ਜਾਂ ਇਹਦੇ ਵੀ ਕੋਈ ਪ੍ਰੋਸੈਸਿਸ ਨੇ ਕਿ ਲਿਮਿਟੇਸ਼ਨ ਵਧਾਉਣੀ ਹੋਵੇ ਤਾਂ? ਨਹੀਂ ਸੰਜੀਵ ਜੀ, ਦੇਖੋ ਜਿਹੜੀ ਤੇ ਬੈਂਕਿੰਗ ਟ੍ਰਾਂਜੈਕਸ਼ਨ ਉਹਦੀ ਲਿਮਿਟ ਹੀ ਕੋਈ ਨਹੀਂ। ਇਨ ਕਰੋੜਸ ਵੀ ਕਰ ਸਕਦੇ ਹੋ, ਉਹੀ ਕਰੋਗੇ ਜਿਹੜੀ ਤੁਹਾਡੇ ਕੋਲ ਡਿਕਲੇਅਰਡ ਹੈ। ਸਿਰਫ ਲਿਮਿਟ ਇਹੀ ਲਾਈ ਜਿੱਦਾਂ ਉਹਨਾਂ ਨੇ ਬੰਦਿਆਂ ਨੇ ਬਾਹਰ ਪੈਸੇ ਭੇਜਣਾ, ਨੌਨ ਰੈਜ਼ੀਡੈਂਟ ਆਪਣਾ ਰੈਜ਼ੀਡੈਂਟ ਨੇ ਨੌਨ ਰੈਜ਼ੀਡੈਂਟ ਨੂੰ, ਉਹ 7 ਲੱਖ ਇਸ ਕਰਕੇ ਵਿੱਚੋਂ TCS ਨਹੀਂ ਲਵਾਂਗੇ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਵੀ $2.5 ਲੱਖ ਤੱਕ ਤੁਸੀਂ ਪੈਸਾ ਆਪਣਾ ਟ੍ਰਾਂਸਫਰ ਕਰ ਸਕਦੇ ਹੋ। ਓਕੇ। ਕੋਈ ਲਿਮਿਟ ਨਹੀਂ ਹੈ ਉੱਤੇ, 1 ਸਾਲ ਦੇ ਵਿੱਚ। ਉਹ ਵੀ ਇਹ ਨਹੀਂ ਵੀ ਕੰਟੀਨਿਊ, ਉਹ ਵੀ 1 ਸਾਲ ਦੇ ਵਿੱਚ ਹੈ। ਬੈਂਕਿੰਗ ਚੈਨਲ ਦੇ ਵਿੱਚ, ਬੈਂਕਿੰਗ ਟ੍ਰਾਂਜੈਕਸ਼ਨ ਦੇ ਵਿੱਚ ਇੱਦਾਂ ਦੀ ਕੋਈ ਲਿਮਿਟ ਨਹੀਂ ਹੈ ਵੀ ਤੁਸੀਂ ਇਸ ਤੋਂ ਵੱਧ ਭੇਜ ਹੀ ਨਹੀਂ ਸਕਦੇ, ਇਸ ਤੋਂ ਵੱਧ ਕ੍ਰਾਸ ਬਾਰਡਰ ਲਿਜਾ ਹੀ ਨਹੀਂ ਸਕਦੇ। ਤੁਹਾਡੇ ਕੋਲ ਪੈਸਾ ਆਪਣਾ ਪਿਆ, ਉਹਨੂੰ ਡਿਕਲੇਅਰ ਕਰੋ ਅਥਾਰਟੀਜ਼ ਨੂੰ ਤੇ ਲੈ ਜਾਓ। ਓਕੇ। ਤੇ ਇੱਧਰ ਡਿਕਲੇਅਰ ਕੀਤਾ ਤੇ ਉਧਰ ਵੀ ਗਵਰਨਮੈਂਟ ਨੂੰ ਡਿਕਲੇਅਰ ਕਰਨਾ ਹੈ? ਉੱਥੇ ਤੁਹਾਨੂੰ ਡਿਕਲੇਰੇਸ਼ਨ ਦੀ ਮੈਂਡੇਟਰੀ ਇਸ ਕਰਕੇ ਹੈਗਾ ਵੀ ਜੇ ਨਹੀਂ ਡਿਕਲੇਅਰ ਕਰਦੇ, ਤੁਸੀਂ ਮੰਨ ਲਓ ਕੈਸ਼ ਹੀ ਲੈ ਗਏ ਹੋ, ਤੁਸੀਂ ਉਹੀ ਡਿਕਲੇਅਰ ਕਰ ਦਿਓ ਉੱਥੇ, ਉਹ ਡਿਕਲੇਰੇਸ਼ਨ ਫਾਰਮ ਬੈਂਕ ਕੋਲ ਜਾਏਗਾ ਤੇ ਤਾਂ ਬੈਂਕ ਡਿਪੋਜ਼ਿਟ ਕਰੇਗਾ ਤੁਹਾਡੇ ਅਕਾਊਂਟ 'ਚ, ਨਹੀਂ ਤੇ ਨਹੀਂ ਕਰੇਗਾ। ਇੱਥੇ ਵੀ ਇਦਾਂ ਹੀ ਹੈ ਜੀ, ਤੁਸੀਂ ਇੱਕ 10 ਤੋਂ ਜ਼ਿਆਦਾ ਤੋਂ ਵੱਧ ਡਾਲਰ ਲੈ ਆਉਂਦੇ ਨੇ ਲੋਕ ਜਿਹੜੇ ਕੈਸ਼, ਤੇ ਏਅਰਪੋਰਟ 'ਤੇ ਆ ਕੇ CFD ਲੈ ਲਓ, CDF ਲੈ ਲਓ, ਕਰੰਸੀ ਡਿਕਲੇਰੇਸ਼ਨ ਫਾਰਮ ਦਿਖਾ ਦਿਓ ਜੀ ਮੈਂ ਇੰਨੇ ਪੈਸੇ ਲੈ ਕੇ ਆਇਆ ਮੈਂ ਬਾਹਰੋਂ, ਤੇ ਉਹ ਫਾਰਮ ਦਿਖਾ ਕੇ ਤੇ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਲਓ, NRO 'ਚ NRE 'ਚ ਕਰਾ ਲਓ। ਕੋਈ ਹੋ ਜਾਂਦਾ ਵੀ ਇਹ ਪੈਸਾ ਜਿਹੜਾ ਡਿਕਲੇਅਰਡ ਪੈਸਾ ਆਇਆ, ਗਵਰਨਮੈਂਟ ਨੇ ਤਾਂ ਇਹੀ ਦੇਖਣਾ ਨਾ ਜੀ। ਸੋ ਇਹ ਸਾਰੀ ਜੋ ਟ੍ਰਾਂਜੈਕਸ਼ਨ ਹੈ ਲੀਗਲ ਹੋਣੀ ਚਾਹੀਦੀ, ਲੀਗਲ। ਐਨੀ ਐਡਵਾਈਸ ਜੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਇਸ ਮੈਟਰ ਦੇ ਉੱਤੇ? ਸੰਜੀਵ ਜੀ, 2-4 ਜਿਹੜੀਆਂ ਐਡਵਾਈਸ ਹੈਗੀਆਂ ਨੇ ਵੀ ਇਹੀ ਹੁੰਦੀਆਂ ਨੇ ਜ਼ਿਆਦਾ ਫਾਈਨੈਂਸ਼ੀਅਲ ਮੈਟਰ ਦੇ ਵਿੱਚ, ਵੀ ਜਦੋਂ ਕੋਈ ਕ੍ਰਾਈਮ ਕਰਦਾ ਤਾਂ ਸਜ਼ਾ ਹੁੰਦੀ, ਉਹ ਤਾਂ ਭੁਗਤਦਾ, ਉਹ ਸਮਝਦਾ ਜੀ ਮੇਰਾ ਉਦੋਂ ਦਿਮਾਗ ਵਿਗੜ ਗਿਆ ਸੀਗਾ ਤੇ ਮੈਂ ਕੋਈ ਕੰਮ ਕਰ ਬੈਠਾ, ਸਜ਼ਾ ਹੋਈ। ਪਰ ਜਿਹੜਾ ਫਾਈਨੈਂਸ਼ੀਅਲ ਲਾਸ ਇੱਕ ਆਦਮੀ ਨੂੰ ਹੁੰਦਾ, ਉਹਨੂੰ ਝੱਲਿਆ ਨਹੀਂ ਜਾਂਦਾ। ਜਿਸ ਵੇਲੇ ਇਲੀਗਲ ਟ੍ਰਾਂਜੈਕਸ਼ਨ ਕਰੋਗੇ ਤੁਹਾਨੂੰ ਪੈਨਲਟੀਜ਼ ਵੀ ਪੈਣਗੀਆਂ, ਪ੍ਰੋਸੀਕਿਊਸ਼ਨ ਵੀ ਤੁਹਾਡੀ ਹੋਏਗੀ। ਐਡਵਾਈਸ ਇੱਕੋ ਹੀ ਹੁੰਦੀ ਵੀ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕ੍ਰਾਸ ਬਾਰਡਰ ਵੀ ਕਰਨੀ ਹੈ ਤੇ ਉਹਨੂੰ ਪਲੀਜ਼ ਤੁਸੀਂ ਆਪਣੇ ਬੈਂਕਿੰਗ ਚੈਨਲ ਰਾਹੀਂ ਕਰੋ। ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਆਪਣੇ ਕਿਸੇ ਐਕਸਪਰਟ ਦੇ ਕੋਲੋਂ ਸਲਾਹ ਲੈ ਲਓ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਉਹਦੀ ਕੋਈ ਪ੍ਰੋਬਲਮ ਨਾ ਆਵੇ। ਜੀ ਸੋ ਥੈਂਕ ਯੂ ਸੋ ਮਚ, ਕਿਉਂਕਿ ਮਨੀ ਮੈਟਰਸ, ਲਾਈਫ ਮੈਟਰਸ। ਮਨੀ ਔਰ ਲਾਈਫ ਦਾ ਜੋ ਰਿਲੇਸ਼ਨ ਹੈ ਬੜਾ ਗੂੜਾ ਸੰਬੰਧ ਹੈ। ਸੋ ਜਦੋਂ ਮਨੀ ਮੈਟਰ ਸੋਲਵ ਹੋ ਜਾਂਦੇ ਨੇ ਤਾਂ ਲਾਈਫ ਆਪਣੇ ਆਪ ਸੋਲਵ ਹੋ ਜਾਂਦੀ ਹੈ। ਸੋ ਥੈਂਕ ਯੂ ਸੋ ਮਚ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਕੋਈ ਕੁਐਰੀ ਹੋਵੇ, ਕਿਸੇ ਤਰ੍ਹਾਂ ਦੀ ਕੋਈ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ, ਤੁਸੀਂ NRI ਵਰਲਡ ਦੇ ਵਿੱਚ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਜੀ। ਸਤਿ ਸ਼੍ਰੀ ਅਕਾਲ। ਰੱਬ ਰੱਖਾ।